ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ। ਤੁਹਾਡੇ ਨਾਲ ਢੇਰ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਵਿਚਾਰਾਂ ਦੀ ਸਾਂਝ ਪਾਵਾਂਗੇ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਆ ਕੀ ਹੋ ਗਿਆ? ਮੈਂ ਇਹ ਇਸ ਕਰਕੇ ਕਰ ਰਿਹਾ ਕਿਉਂਕਿ ਕਿਸਾਨੀ ਸੰਘਰਸ਼ ਚ ਨਾਮ ਦੱਸੇ ਨਹੀਂਗੇ। ਨਹੀਂ, ਉਹ ਤਾਂ ਦਿਖਣੇ ਵੀ ਹੈ ਨਹੀਂਗੇ। ਭਾਵੇਂ ਢਿੱਡ ਘਮਾ ਕੇ ਪੂਰੀ ਦੁਨੀਆ ਨੂੰ ਦਿਸਦੇ ਹੋਣ, ਭਾਵੇਂ ਉਹਦਾ ਯੋਗਾ ਕਰਦੇ ਹੋਣ, ਐ ਕਰਕੇ ਕਹਿੰਦੇ ਹੁਣ ਵੀ ਵਾਲ ਕਾਲੇ ਹੋ ਜਾਂਦੇ ਆ, ਨਾਲ ਡਾਈ ਵੀ ਵੇਚਦੇ ਰਹਿੰਦੇ ਵੈਸੇ ਦੁਕਾਨ ਤੇ, ਪਰ ਦਿਸੇ ਨਹੀਂਗੇ। ਮੈਂ ਕਿਹਾ ਸ਼ਾਇਦ ਚੇਤੇ ਕਰਾ ਦਿਆਂ ਸਾਡੇ ਕਿਸਾਨ ਵੀਰਾਂ ਨੂੰ ਵੀ ਇਹ ਵੀ ਕਿਸੇ ਵੇਲੇ ਕਹਿੰਦੇ ਹੁੰਦੇ ਸੀ 35 ਰੁਪਏ ਲੀਟਰ ਪੈਟਰੋਲ ਹੋ ਜਾਣਾ। ਇੱਕ ਵਾਰ ਇਹ ਸਰਕਾਰ ਨੂੰ ਮੌਕਾ ਤਾਂ ਦਿਓ। ਨਹੀਂ, ਜੇ ਉਹਨਾਂ ਬਾਰੇ ਚੇਤਾ ਕਰਨ ਲੱਗੇ ਨਾ ਤਾਂ ਕਈ ਕੁਛ ਚੇਤੇ ਆਊਗਾ। ਹਾਂ, ਜਿੱਥੋਂ ਸੁੱਤਣ ਪਾ ਕੇ ਭੱਜੇ ਸੀ ਇਹ ਵੀ ਚੇਤੇ ਆਊ। ਡਾਈ ਕਿਵੇਂ ਮਾਰਦੇ ਰਜਨੀਕਾਂਤ ਨੂੰ ਸਟੇਜ ਤੋਂ ਇਹ ਵੀ ਚੇਤੇ ਆਊ। ਉਸ ਤੋਂ ਬਾਅਦ ਹਾਥੀ ਦੇ ਉੱਪਰ ਬਹਿ ਕੇ ਯੋਗਾ ਕਿਵੇਂ ਕਰਦੇ ਇਹ ਵੀ ਚੇਤੇ ਆਊ। ਸਾਈਕਲ ਦਾ ਮੋੜ ਕਿਵੇਂ ਕਟਾਉਂਦੇ ਨੇ ਇਹ ਵੀ ਚੇਤੇ ਆਊ। ਸੋ ਖੈਰ, ਉਹਨਾਂ ਤੋਂ ਤਾਂ ਵੈਸੇ ਆਸ ਹੀ ਨਹੀਂ ਰੱਖਣੀ ਚਾਹੀਦੀ, ਉਹਨਾਂ ਨੂੰ ਦੇਖਣ ਦੀ ਆਸ ਵੀ ਨਹੀਂ ਰੱਖਣੀ ਚਾਹੀਦੀ ਵੀ ਉਹ ਇੱਥੇ ਕਿਤੇ ਨਜ਼ਰ ਆਉਣਗੇ ਇਸ ਮੌਕੇ ਦੇ ਉੱਪਰ। ਸੋ ਆਪਾਂ ਬਾਕੀ ਗੱਲਾਂ ਬਾਅਦ ਚ ਕਰਦੇ ਹਾਂ। ਮੌਸਮ ਦੀ ਹਾਲ ਬਿਆਨੀ। ਮੌਸਮ ਪੰਜਾਬ ਦਾ ਬੜਾ ਸੋਹਣਾ, ਦਿੱਲੀ ਦੇ ਵਿੱਚ ਵੀ ਮੌਸਮ ਚੰਗਾ, ਦਿਨ ਦੇ ਵੇਲੇ ਸੋਹਣੀ ਧੁੱਪ ਨਿਕਲਦੀ ਆ, ਹਰਿਆਣਾ ਵੀ ਵਿੱਚ ਹੀ ਇਹਦੇ ਤੇ ਸੋਹਣੀ ਧੁੱਪ ਨਿਕਲਣ ਦੇ ਕਰਕੇ ਕਿਸਾਨੀ ਦੇ ਹੱਕ ਦੇ ਵਿੱਚ ਆ ਮੌਸਮ। ਮੈਂ ਇਹ ਵੀ ਕਹਿ ਸਕਦਾ, ਰਾਤ ਦੇ ਵੇਲੇ ਲਗਾਤਾਰ ਪਾਰਾ ਲੁੜਕ ਰਿਹਾ, ਰਾਤਾਂ ਲਗਾਤਾਰ ਠੰਡੀਆਂ ਕੁਲਫੀ ਜਮਾਉਣ ਵਾਲੀਆਂ, ਪਰ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਮੌਸਮ ਸਥਿਰ ਰਹਿਣਾ ਆਉਂਦੇ 72 ਘੰਟਿਆਂ ਦੇ ਵਿੱਚ। ਮੀਂਹ ਕਣੀ ਦੀ, ਝੱਖੜ ਝੁੱਲੇ ਦੀ, ਕਣੀਆਂ ਦੀ, ਤੇਜ਼ ਹਵਾ ਦੀ ਕੋਈ ਸੰਭਾਵਨਾ ਹੈ ਨਹੀਂ ਕਿ ਹਾਲ ਦੀ ਘੜੀ। ਪਰ ਅਗਲੀ ਗੱਲ ਇਹ ਹੈ ਨਾ ਵੀ ਮੈਨੂੰ ਲੱਗਦਾ ਵੀ ਕੁਦਰਤ ਨਾ ਜਿਹੜੀ ਉਹ ਕਿਸਾਨਾਂ ਦੇ ਪੱਖ ਦੇ ਵਿੱਚ ਖੜੀ ਆ, ਕਿਉਂਕਿ ਜੇ ਇਸ ਵਕਤ ਕਣੀਆਂ ਪੈ ਜਾਣ, ਜੇ ਠੰਡੀ ਸੀਤ ਹਵਾ ਚੱਲੇ ਤਾਂ ਇਹਦੇ ਨਾਲ ਕਿਸਾਨਾਂ ਦਾ ਬੜਾ ਵੱਡਾ ਨੁਕਸਾਨ ਹੋ ਸਕਦਾ। ਕਿਉਂਕਿ ਉਹਨਾਂ ਦੇ ਵਿੱਚੋਂ ਜਿਹੜੇ ਉੱਥੇ ਗਏ ਆ, ਟਿਕਰੀ ਬਾਰਡਰ ਤੇ ਬੈਠੇ ਆ, ਸਿੰਘੂ ਬਾਰਡਰ ਤੇ ਬੈਠੇ ਆ, ਬਹਾਦਰਗੜ੍ਹ ਬਾਰਡਰ ਤੇ ਜਿਹੜੇ ਕਿਸਾਨ ਬੈਠੇ ਆ, ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਤਾਂ ਖੁੱਲੇ ਅਸਮਾਨ ਦੇ ਥੱਲੇ ਬੈਠੇ ਆ। ਵੈਸੇ ਤਾਂ ਟਰਾਲੀਆਂ ਹੈਗੀਆਂ ਜਿਨ੍ਹਾਂ ਦੇ ਉੱਤੇ ਆਪਾਂ ਤਰਪੈਲ ਪਾਏ ਆ, ਪਰ ਸਾਰੇ ਤਾਂ ਉੱਥੇ ਨਹੀਂ ਨਾ ਆ ਸਕਦੇ। ਸੋ ਇਸ ਕਰਕੇ ਕੁਦਰਤ ਕਿਸਾਨੀ ਦੇ ਹੱਕ ਦੇ ਵਿੱਚ ਆ। ਜੀ ਬਿਲਕੁਲ। ਉਹ ਸਿਆਣੇ ਕਹਿੰਦੇ ਹੁੰਦੇ ਆ ਨਾ ਵੀ ਜਦੋਂ ਸ਼ਿੱਦਤ ਦੇ ਨਾਲ ਤੁਸੀਂ ਕਿਸੇ ਚੀਜ਼ ਨੂੰ ਪਾਉਣ ਦੀ ਕੋਸ਼ਿਸ਼ ਚ ਲੱਗ ਜਾਓ ਤਾਂ ਕੁਦਰਤ ਵੀ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦਿੰਦੀ ਹੈ। ਹਰ ਜ਼ਰਾ ਤੁਹਾਡਾ ਸਾਥ ਦਿੰਦਾ। ਉਦੋਂ ਤਾਂ ਸ਼ਾਇਦ ਉਹੀ ਸਭ ਕੁਝ ਹੁਣ ਹੋ ਰਿਹਾ ਹੈ। ਤੇ ਬਾਕੀ ਟਾਣਾ ਸਾਹਿਬ, ਚੱਜ ਦੇ ਵਿਚਾਰ ਦੀ ਪੇਸ਼ਕਾਰੀ ਕਰ ਲਈਏ। ਦੇਖੋ ਵੀ ਚੱਜ ਦਾ ਵਿਚਾਰ ਬੜਾ ਸਿੱਧਾ, ਸਾਫ਼ ਤੇ ਸਪਸ਼ਟ ਆ ਵੀ ਜਿਹੜੇ ਬੰਦੇ ਦੀ ਨੀਤ ਸਾਫ਼ ਹੋਵੇ ਨਾ, ਉਹ ਬੰਦਾ ਕਦੇ ਵੀ ਕਿਸੇ ਨੂੰ ਧੋਖਾ ਨਹੀਂ ਦਿੰਦਾ। ਉਹ ਬੰਦਾ ਕਿਸੇ ਦੇ ਨਾਲ ਵੀ ਕਦੇ ਛਲ ਕਪਟ ਨਹੀਂ ਕਰਦਾ। ਉਹ ਢਿੱਡੋਂ ਵੀ ਉਹੋ ਜਿਹਾ ਹੀ ਹੁੰਦਾ ਜਿਹੋ ਜਿਹਾ ਬਾਹਰੋਂ ਆ। ਆਮ ਤੌਰ ਦੇ ਉੱਤੇ ਦਫ਼ਤਰਾਂ ਦੇ ਵਿੱਚ, ਸਰਕਾਰਾਂ ਦੇ ਵਿੱਚ, ਗਲੀ ਗਵਾਂਢ ਦੇ ਵਿੱਚ ਕਿਤਾਈਆਂ ਕਰਨ ਵਾਲੇ ਹੁੰਦੇ ਆ, ਜਿਹੜੇ ਕਿ ਲੰਬੜਦਾਰੀ ਜੀ ਐਵੇਂ ਆ ਕਿ ਮੈਂ ਐ ਜਾਨਾ, ਮੈਂ ਐ ਜਾਨਾ, ਬੜੀਆਂ ਗੱਲਾਂ ਕਰਦੇ ਉਹ। ਪਰ ਨਾ ਅਸਲ ਦੇ ਵਿੱਚ ਗੱਲ ਇਹ ਆ ਵੀ ਉਸ ਸਿੱਧੇ, ਸਾਫ਼ ਤੇ ਸਪਸ਼ਟ ਬੰਦੇ ਦੇ ਬੋਲ ਆ ਜਿਹੜੇ, ਉਹ ਤਿੱਖੇ, ਸਖਤ, ਕਠੋਰ ਹੋ ਸਕਦੇ ਆ, ਪਰ ਉਹ ਕਿਸੇ ਦੇ ਕੰਮ ਦੇ ਵਿੱਚ ਲੱਤ ਨਹੀਂ ਡਾਉਂਦਾ। ਉਹ ਕਿਸੇ ਨੂੰ ਕਤਿਤ ਕਰਕੇ ਮੁੱਦਾ ਸਿੱਟਣ ਦੀ ਕੋਸ਼ਿਸ਼ ਨਹੀਂ ਕਰਦਾ। ਇਹ ਉਹਦੇ ਵਿਅਕਤੀਤਵ ਦੇ ਵਿੱਚ, ਉਹਦੇ ਚੰਗੇਰੇ ਵਿਅਕਤੀਤਵ ਦੇ ਵਿੱਚ ਸ਼ਾਮਿਲ ਗੱਲ ਹੁੰਦੀ ਹੈ। ਬਿਲਕੁਲ ਸਹੀ। ਤੇ ਅੱਜ ਕੱਲ ਮੈਨੂੰ ਇਹ ਲੱਗਦਾ ਹੁੰਦਾ ਵੀ ਦੋਸਤੀ ਜਾਂ ਸਾਂਝ ਵੀ ਇਹੋ ਜਿਹੇ ਬੰਦੇ ਨਾਲ ਹੀ ਰੱਖਣੀ ਚਾਹੀਦੀ ਹੈ ਜਿਹਦੇ ਲਫ਼ਜ਼ ਸਾਫ਼, ਸਪਸ਼ਟ, ਸਿੱਧੇ ਹੋਣ, ਕਿਉਂਕਿ ਉਹ ਹਮੇਸ਼ਾ ਤੁਹਾਡੀ ਭਲਾਈ ਦੇ ਲਈ ਜੋ ਚੰਗਾ ਹੈ ਉਹਦੇ ਬਾਬਤ ਹੀ ਗੱਲ ਕਰੂਗਾ। ਕਦੇ ਵੀ ਐਵੇਂ ਮੋਮੋ ਠਗਣੀਆਂ ਜੀਆਂ ਗੱਲਾਂ ਕਰਕੇ, ਸ਼ਹਿਦ ਜਾਂ ਲਪੇਟ ਕੇ ਗੱਲਾਂ ਕਰਕੇ ਉਹ ਤੁਹਾਡਾ ਨੁਕਸਾਨ ਕਰਨ ਬਾਰੇ ਨਹੀਂ ਸੋਚੇਗਾ। ਸੋ ਬਾਕੀ ਹੁਣ ਜਿਹੜਾ ਚਾਹੀਦਾ ਵਿਚਾਰ ਮੈਂ ਲੈ ਕੇ ਆਈ ਹਾਂ, ਉਹ ਇਹ ਅੱਜ ਦੇ ਸੰਦਰਭ ਦੇ ਵਿੱਚ ਹੀ ਟਾਣਾ ਸਾਹਿਬ, ਕਿਉਂਕਿ ਜਿਵੇਂ ਤੁਸੀਂ ਲੱਤ ਡਾਉਣ ਵਾਲੀ ਗੱਲ ਕੀਤੀ, ਕਹਿੰਦੇ ਅਕਸਰ ਬਹੁਤ ਸਾਰੇ ਲੋਕ ਤੁਹਾਨੂੰ ਇਹੋ ਜਿਹੇ ਵੇਖਣ ਨੂੰ ਮਿਲਦੇ ਆ ਜਿਹੜੇ ਦੂਜਿਆਂ ਦੇ ਘਰਾਂ ਦੇ ਵਿੱਚ ਜਾ ਕੇ ਪੰਚਾਇਤੀ ਜੀ ਝਾੜਦੇ ਆ। ਐ ਨਹੀਂ ਐ ਕਰਨਾ ਚਾਹੀਦਾ, ਐ ਨਹੀਂ ਐ ਹੋਣਾ ਚਾਹੀਦਾ, ਤੁਸੀਂ ਆਪਣੇ ਮੁੰਡੇ ਨੂੰ ਐ ਕਹੋ, ਤੁਹਾਡੇ ਘਰ ਚ ਆ ਹੋਣਾ ਚਾਹੀਦਾ ਹੈ, ਮੈਂ ਤੁਹਾਡੇ ਲਈ ਆ ਕੀਤਾ। ਜਿਵੇਂ ਕਈ ਕਹਿੰਦੇ ਵੀ ਅਸੀਂ ਤੁਹਾਡੀ ਆਮਦਨ ਦੁੱਗਣੀ ਕਰਨੀ ਆ, ਅਸੀਂ ਫਾਇਦਾ ਦੇਣਾ ਹੈ। ਇਹ ਕਹਿੰਦੇ ਅਕਸਰ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੀ ਆਪਣੇ ਘਰ ਦੇ ਵਿੱਚ ਕੋਈ ਪੁੱਛ ਪ੍ਰਤੀਤ ਨਹੀਂ ਹੁੰਦੀ। ਬਿਲਕੁਲ ਸਹੀ ਗੱਲ ਆ। ਇਹਨਾਂ ਨੂੰ ਪਹਿਲਾਂ ਆਪਣਾ ਘਰ ਸਾਂਭਣਾ ਚਾਹੀਦਾ ਤੇ ਫਿਰ ਕਹਿਣਾ ਚਾਹੀਦਾ ਵੀ ਅਬ ਕੀ ਬਾਰ ਟਰੰਪ ਸਰਕਾਰ। ਇਹਨਾਂ ਨੂੰ ਗੱਲ ਫਿਰ ਇਹ ਕਹਿਣੀ ਚਾਹੀਦੀ ਆ। ਹੁਣ ਤਾਂ ਪਹਿਲੀ ਦੰਦਲ ਵੀ ਭਾਈ ਟਰੂਡੋ ਨੇ ਵੀ ਕਹਿਤਾ ਵੀ ਭਾਈ ਭਾਰਤ ਦੇ ਵਿੱਚ ਗਲਤ ਚੱਲ ਰਿਹਾ, ਤੇ ਜਦੋਂ ਆਪਾਂ ਕਹਿੰਦੇ ਸੀ ਵੀ ਉੱਥੇ ਵੀ ਟਰੰਪ ਦੀ ਸਰਕਾਰ ਆ ਜਾਏ, ਉਦੋਂ ਘਰ ਦਾ ਮਸਲਾ ਸੀ। ਉਹ ਵੀ ਬਾਹਰ ਹੀ ਆ, ਉਹਨੂੰ ਸਾਡੇ ਖਿਆਲ ਚ ਬਾਹਰ ਹੀ ਕਹਿੰਦੇ, ਅਮਰੀਕਾ ਬਾਹਰ ਹੀ ਆ। ਮਤਲਬ ਉਹੀ ਹੋ ਗਿਆ ਨਾ ਕਿ ਅਸੀਂ ਮਾਰੀਏ ਤਾਂ ਢੋਲੇ, ਤੁਸੀਂ ਮਾਰੋ ਤਾਂ ਪੋਲੇ, ਹਨਾ ਵੀ ਤੁਸੀਂ ਤਾਂ ਜਿਹਦੇ ਮਰਜ਼ੀ ਘਰ ਦੀ ਗੱਲ ਕਰ ਲਓ, ਉਹ ਚੱਲਦੀ ਹੈ, ਅਸੀਂ ਕਰ ਸਕਦੇ ਹਾਂ, ਸਾਡਾ ਹੱਕ ਹੈ, ਸਾਨੂੰ ਹੱਕ ਮਿਲਿਆ ਹੋਇਆ, ਪਰ ਕੋਈ ਸਾਡੇ ਘਰ ਦੀ ਗੱਲ ਨਾ ਕਰੇ। ਤੁਸੀਂ ਕਿਵੇਂ ਕਰ ਸਕਦੇ ਹੋ ਸਾਡੇ ਘਰ ਦੀ ਗੱਲ? ਇਹ ਤਾਂ ਸਾਡਾ ਘਰ ਹੁੰਦਾ। ਪਰ ਨਹੀਂ, ਜੇ ਕਰਨੀਆਂ ਜਾਣਦੇ ਹੋ ਤਾਂ ਸੁਣਨੀਆਂ ਵੀ ਸਿੱਖੋ। ਬਿਲਕੁਲ ਜੀ, ਗੱਲ ਇਹ ਹੈ ਵੀ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਜੇਕਰ ਲੋਕਾਂ ਦੇ ਕਹੇ ਮੁਤਾਬਕ ਕੰਮ ਨਹੀਂ ਕਰਦੀ, ਤੇ ਕੋਈ ਵੀ ਸਰਕਾਰ ਹੋਵੇ, ਕਿਸੇ ਵੀ ਧਿਰ ਦੀ ਹੋਵੇ, ਕਿਸੇ ਪਾਰਟੀ ਦੀ ਹੋਵੇ, ਜੇਕਰ ਲੋਕਾਂ ਦੇ ਕਹੇ ਤੋਂ ਉਲਟ ਚੱਲਦੀ ਆ ਤੇ ਲੋਕ ਆਪਣੀ ਗੱਲ ਮਨਵਾਉਣ ਦੇ ਲਈ ਪਹਿਲਾਂ ਤਾਂ ਵੋਟਾਂ ਪਾਉਂਦੇ ਆ, ਬਾਅਦ ਦੇ ਵਿੱਚ ਲੋਕ ਧਰਨੇ ਲਾਉਂਦੇ ਆ ਵੀ ਭਾਈ ਸਾਡੇ ਵਾਲੀ ਗੱਲ ਮੰਨ ਯਾਰ, ਹੁਣ ਤੂੰ ਐ ਨਾ ਕਰ, ਤਾਂ ਫਿਰ ਤਾਂ ਉਹਨਾਂ ਸਰਕਾਰਾਂ ਨੂੰ ਕੀ ਕਹਗੇ
ਲਾਹਨਤ ਸ਼ਬਦ ਵੀ ਛੋਟਾ ਪੈ ਜਾਂਦਾ। ਮੈਂ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ, ਭਾਵੇਂ ਸੂਬਿਆਂ ਦੀਆਂ ਗੱਲਾਂ ਹੋਣ ਤੇ ਭਾਵੇਂ ਕੇਂਦਰ ਦੀ ਗੱਲ ਹੋਵੇ ਤੇ ਭਾਵੇਂ ਕਿਸੇ ਵੀ ਦੇਸ਼ ਦੀ ਗੱਲ ਹੋਵੇ, ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਦਾ ਹੀ ਲੋਕਤੰਤਰ ਹੁੰਦਾ ਤੇ ਲੋਕਤੰਤਰ ਦੇ ਵਿੱਚ ਲਾਠੀ ਤੰਤਰ ਦਾ ਕੋਈ ਤੁਕ ਨਹੀਂ ਬਣਦੀ। ਲਾਠੀਆਂ ਡਾਂਗਾ ਨਹੀਂ ਫਿਰਨੀਆਂ ਚਾਹੀਦੀਆਂ। ਪਰ ਸਾਡੇ ਦੇਸ਼ ਦੀ ਇਸ ਗੱਲ ਦੇ ਵਿੱਚ ਵੀ ਬੜੀ ਝੰਡੀ ਆ ਵੀ ਇੱਥੇ ਜਿਹਦੇ ਮਰਜ਼ੀ ਡੰਗ ਫੇਰ ਦਿੰਦੇ ਆ, ਫਿਰ ਕਹਿ ਦਿੰਦੇ ਅੱਜ ਸੰਵਿਧਾਨ ਦਿਵਸ ਵੀ ਆ, ਮੁਬਾਰਕਾਂ ਤੁਹਾਨੂੰ ਬਹੁਤ ਬਹੁਤ। ਇਹ ਵੀ ਗੱਲ ਕਹਿੰਦੇ ਆ ਕਿ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ। ਇਹ ਵੀ ਗੱਲ ਜਾਣਦੇ ਆ ਵੀ ਭਾਈ ਕਿਰਤ ਦਾ ਸੁਨੇਹਾ ਉਹਨਾਂ ਨੇ ਦਿੱਤਾ ਤੇ ਜਿਹੜੇ ਲੋਕ ਕਿਰਤ ਕਰਦੇ ਆ ਉਹਨਾਂ ਨੂੰ ਖੇਤਾਂ ਦੇ ਵਿੱਚੋਂ ਕੱਢ ਕੇ ਤੇ ਸੜਕਾਂ ਦੇ ਉੱਤੇ ਬਿਠਾਤਾ, ਉਹਨਾਂ ਦੇ ਕੋਲੋਂ ਹਲ ਖੋਣ ਨੂੰ ਫਿਰਦੇ ਆ। ਇਸ ਕਰਕੇ ਕਹਿਣੀ ਤੇ ਕਰਨੀ ਦੇ ਸੰਪੂਰਨ ਹੋਣਾ ਚਾਹੀਦਾ, ਪੂਰੇ ਹੋਣਾ ਚਾਹੀਦਾ। ਕੱਲੀ ਆਪਣੀ ਮਨ ਕੀ ਬਾਤ ਨਾ ਕਰੋ, ਜਿਹੜੀ ਲੋਕਾਂ ਦੀ ਮਨ ਕੀ ਬਾਤ ਆ ਉਹ ਵੀ ਸਮਝਣ ਦੀ ਕੋਸ਼ਿਸ਼ ਕਰੋ ਵੀ ਉਹ ਕੀ ਚਾਹੁੰਦੇ ਨੇ ਤੇ ਕੀ ਕਹਿੰਦੇ ਨੇ। ਮੈਂ ਤਾਂ ਹਰਿਆਣੇ ਦੇ ਉਸ ਨੇਤਾ ਦੇ ਉੱਤੇ ਹੈਰਾਨ ਆ ਜਿਹਨੂੰ ਕਦੇ ਕਿਸਾਨ ਖਾਲਿਸਤਾਨੀ ਨਜ਼ਰ ਆਉਂਦੇ, ਕਦੇ ਕੁਛ ਮੁੱਛਾਂ ਕਰਕੇ ਆਏ ਅੰਮ੍ਰਿਤਮਾਨ ਨੂੰ ਜੋ ਮਰਜ਼ੀ ਕਹਿ ਦਿੰਦੇ ਆ। ਜੱਜ ਦਾ ਵਿਚਾਰ। ਹਰਮਨ ਜੀ, ਭਾਰਤ ਦੀ ਸਰਕਾਰ ਦੇ ਕਈ ਮੰਤਰੀ ਇਹ ਗੱਲ ਕਹਿੰਦੇ ਆ ਕਿ ਕਿਸਾਨਾਂ ਨੂੰ ਨਾ ਕਾਨੂੰਨ ਸਮਝ ਨਹੀਂ ਆਏ। ਜ਼ਿਆਦਾਤਰ ਇਹੀ ਕਹਿੰਦੇ ਨੇ। ਇਹ ਕਹਿੰਦੇ ਜੀ ਕਿ ਅਸੀਂ ਤਾਂ ਆਮਦਨ ਦੁੱਗਣੀ ਕਰਨ ਵਾਲੇ ਕਾਨੂੰਨ ਲੈ ਕੇ ਆਂਦੇ, ਪਰ ਕਿਸਾਨਾਂ ਦੇ ਪਿੜ ਪੱਲੇ ਨਹੀਂ ਪਏ। ਕਿਸਾਨਾਂ ਦੀ ਸਮਝ ਛੋਟੀ ਆ ਤੇ ਜੇਕਰ ਸਾਡੇ ਨਜ਼ਰੀਏ ਦੇ ਮੁਤਾਬਕ, ਸਾਡੀਆਂ ਨਜ਼ਰਾਂ ਦੇ ਮੁਤਾਬਕ, ਸਾਡੀਆਂ ਅੱਖਾਂ ਤੇ ਚੜੇ ਹੋਏ ਖੋਪਿਆਂ ਦੇ ਮੁਤਾਬਕ ਦੇਖਣ ਤਾਂ ਇਹਨਾਂ ਨੂੰ ਸਮਝ ਆ ਜੇ, ਪਰ ਇਹ ਸਮਝ ਨਹੀਂ ਸਕੇ। ਇਹਨਾਂ ਦੀ ਸਮਝ ਦਾ ਹਿੱਸਾ ਪਤਾ ਨਹੀਂ ਕਿਹੜੀ ਗੱਲੋਂ ਇਹ ਗੱਲਾਂ ਬਣ ਨਹੀਂ ਰਹੀਆਂ। ਹੈਰਾਨੀ ਹੁੰਦੀ ਹੈ ਇਹਨਾਂ ਗੱਲਾਂ ਦੇ ਉੱਤੇ ਵੀ ਉਹ ਟਿੱਪਣੀਆਂ ਕਿਹੋ ਜੀਆਂ ਕਰਦੇ ਆ। ਬਿਲਕੁਲ ਸਹੀ ਟਾਣਾ ਸਾਹਿਬ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਇੰਨਾ ਤੁਹਾਨੂੰ ਚਾਹ ਹੈ ਕਿ ਆਮਦਨੀ ਦੁੱਗਣੀ ਕਰਨੀ। ਇਹ ਤਾਂ ਹੁਣ ਚਾਹ ਚੜਿਆ ਨਾ, ਜਿਹੜੇ ਇਸ ਤੋਂ ਪਹਿਲਾਂ ਚਾਹ ਚੜੇ ਹੋਏ ਸੀ ਵੀ ਤੇਲ ਵੀ ਸਸਤਾ ਕਰ ਦਿਆਂਗੇ, ਸਬਜ਼ੀ ਭਾਜੀ ਸਸਤੀ ਹੋ ਜੂਗੀ, ਭਾਰਤ ਨੂੰ ਇੱਕ ਵੱਖਰੀ ਤਰ੍ਹਾਂ ਦਾ ਭਾਰਤ ਬਣਾ ਦਾਂਗੇ, ਉਹ ਵਾਲੇ ਚਾਹ ਤਾਂ ਪੂਰੇ ਕਰ ਲਓ, ਬਾਅਦ ਚ ਇੱਧਰਲੇ ਚਾਹ ਪੂਰੇ ਕਰ ਲਿਓ। ਸਾਨੂੰ ਸਮਝ ਆ ਰਿਹਾ ਵੀ ਭਾਈ ਗੱਲ ਕੀ ਬਣ ਗਈ। ਹੁਣ ਉਹਦੇ ਤੇ ਕਿਉਂ ਨਹੀਂ ਬੋਲਦੇ? ਕਿਉਂਕਿ ਤੁਸੀਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਮਨਮੋਹਨ ਸਿੰਘ ਦੀ ਸਰਕਾਰ ਨੇ ਸਤਿਆਨਾਸ਼ ਕਰਤਾ। ਤੁਸੀਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਭਾਰਤ ਦੇ ਵਿੱਚ ਤਰੱਕੀ ਰੁਕ ਗਈ। ਤੁਸੀਂ ਕਹਿੰਦੇ ਹੁੰਦੇ ਸੀ GDP ਡਾਵਾਡੋਲ ਹੋ ਗਈ। ਤੁਸੀਂ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਮਹਿੰਗਾਈ ਨੇ ਲੋਕਾਂ ਦਾ ਕਤੂਮਰ ਕੱਢਤਾ। ਤੇ ਲੋਕਾਂ ਨੂੰ ਇਸ ਗੱਲ ਦੀ ਸਮਝ ਵੀ ਨਹੀਂ ਆ ਰਹੀ ਵੀ ਅਸੀਂ ਵੋਟਾਂ ਕਿਹੜੀ ਗੱਲੋਂ ਪਾ ਬੈਠੇ ਆ। ਇਸ ਗੱਲ ਨੂੰ ਵੀ ਸਮਝਾਓ ਨਾ ਕਿ ਸਾਹਮਣੇ ਵੀ ਭਾਈ ਲੋਕ ਕੀ ਸਮਝਦੇ ਸੀ ਤੇ ਕੀ ਤੋਂ ਅਸੀਂ ਕੀ ਬਣਾਤਾ। ਮੈਂ ਤਾਂ ਹੈਰਾਨ ਆ ਇਸ ਗੱਲ ਦੇ ਉੱਤੇ ਹਰਮਨ ਜੀ, ਵੀ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਨਾ ਵੀ ਜਿਹੜੀ ਧਾਰਾ 370 ਆ ਇਹ ਵੀ ਕਸ਼ਮੀਰੀਆਂ ਦੀ ਸਮਝ ਦਾ ਹਿੱਸਾ ਨਹੀਂ ਬਣ ਰਹੀ। ਜੋ ਅਸੀਂ CAA ਦੀ ਗੱਲ ਕੀਤੀ ਆ ਉਹ ਵੀ ਲੋਕਾਂ ਦੀ ਸਮਝ ਦਾ ਹਿੱਸਾ ਨਹੀਂ ਬਣ ਰਹੀ। ਨੋਟਬੰਦੀ ਕਹਿੰਦੇ ਅਸੀਂ ਲਾਗੂ ਕਰਤੀ, ਇਹ ਆਮ ਲੋਕਾਂ ਦੀ ਸਮਝ ਦਾ ਹਿੱਸਾ ਨਹੀਂ ਬਣ ਰਹੀ। ਫਿਰ ਕਹਿੰਦੇ ਜਿਹੜੀ GST ਆ ਇਹ ਵਪਾਰੀਆਂ ਦੀ ਸਮਝ ਦਾ ਹਿੱਸਾ ਨਹੀਂ ਬਣ ਰਹੀ। ਹੁਣ ਕਹਿੰਦੇ ਵੀ ਜਿਹੜੇ ਅਸੀਂ ਖੇਤੀ ਕਾਨੂੰਨ ਲਿਆਂਦੇ ਆ ਕਹਿੰਦੇ ਜੀ ਇਹ ਕਿਸਾਨਾਂ ਦੀ ਸਮਝ ਦਾ ਹਿੱਸਾ ਨਹੀਂ ਬਣ ਰਹੇ। ਜਨਾਬ ਜੀ, ਆਪਣਾ ਖੋਪੜ ਵੱਡਾ ਜਾਂ ਸਾਡਾ ਛੋਟਾ? ਬਿਲਕੁਲ। ਇਹ ਦੱਸੋ ਵੀ ਤੁਸੀਂ ਕਿੱਥੋਂ ਇਹ ਗੱਲਾਂ ਸਿੱਖਦੇ ਹੋ? ਕਿਹੜੇ ਗ੍ਰਹਿ ਤੋਂ ਆ ਕੇ ਤੁਸੀਂ ਇਹ ਗੱਲਾਂ ਸਿੱਖਦੇ ਹੋ? ਕਿਉਂ ਲੋਕਾਂ ਦੇ ਉੱਤੇ ਧੱਕੇ ਨਾਲ ਥੋਪਦੇ ਹੋ? ਜੀ ਨਾਲੇ ਥੋੜਾ ਜਿਹਾ ਆਪਣੀ ਅਣਖ ਵੀ ਜਿਉਂਦੀ ਰੱਖੋ। ਜੇ ਤੁਹਾਨੂੰ ਇੰਨਾ ਹੀ ਲੱਗਦਾ ਹੈ ਕਿ ਮਨਮੋਹਨ ਸਿੰਘ ਹੋਰਾਂ ਨੇ ਕੁਝ ਵੀ ਨਹੀਂ ਕੀਤਾ ਤੇ ਅੱਜ ਵੀ ਤੁਹਾਡੇ ਮੰਤਰੀ ਜਿਹੜੇ ਨਿਰਮਲਾ ਸੀਤਾਰਮਨ ਜਦੋਂ ਉਹਨਾਂ ਨੇ ਬਜਟ ਪੇਸ਼ ਕਰਨਾ ਹੁੰਦਾ ਹੈ ਉਸ ਤੋਂ ਪਹਿਲਾਂ ਫਿਰ ਮਨਮੋਹਨ ਸਿੰਘ ਹੋਰਾਂ ਨੂੰ ਮਿਲਣ ਕਿਉਂ ਜਾਂਦੇ ਨੇ? ਸਲਾਹਾਂ ਕਿਉਂ ਹੁੰਦੀਆਂ ਨੇ? ਕਹਿ ਦੇਣ ਵੀ ਉਹਨਾਂ ਨੂੰ ਕੁਝ ਵੀ ਨਹੀਂ ਸੀ ਪਤਾ, ਸਭ ਕੁਝ ਸਾਨੂੰ ਪਤਾ, ਅਸੀਂ ਆਪਣੇ ਹਿਸਾਬ ਨਾਲ ਬਜਟ ਪੇਸ਼ ਕਰਾਂਗੇ। ਹਾਲਾਂਕਿ ਉਸ ਬਜਟ ਦੇ ਵਿੱਚ ਕੱਢਣ ਪਾਉਣ ਨੂੰ ਕੱਖ ਵੀ ਨਹੀਂ ਹੁੰਦਾ, ਨਾ ਹੀ ਅੱਜ ਤਾਈਂ ਆਸ ਕੀਤੀ ਜਾ ਸਕਦੀ ਹੈ ਕਿ ਅੱਗੇ ਵੀ ਕਿਤੇ ਕੁਝ ਹੋਵੇ, ਕਿਉਂਕਿ ਚਾਹੇ ਜਿੰਨਾ ਵੀ ਅੰਤਰਰਾਸ਼ਟਰੀ ਮੀਡੀਆ ਉਹ ਇਹ ਕਹਿੰਦਾ ਰਹੇ ਕਿ ਭਾਰਤ ਇਸ ਵੇਲੇ ਡਾਵਾਡੋਲ ਸਥਿਤੀ ਦੇ ਵਿੱਚ ਆ, ਅਰਥ ਵਿਵਸਥਾ ਜਿਹੜੀ ਪੂਰੀ ਤਰ੍ਹਾਂ ਨਾਲ ਹਿੱਲੀ ਹੋਈ ਹੈ, GDP ਮੁੱਦੇ ਮੂੰਹ ਆ ਗਈ, ਪਰ ਮੋਦੀ ਹੋਰਾਂ ਨੇ ਇਹੀ ਗੱਲ ਕਹਿਣੀ ਹੁੰਦੀ ਆ ਮਨ ਕੀ ਬਾਤ ਚ ਵੀ ਜੋ ਮੈਂ ਬਣਾਤਾ ਨਾ ਭਾਰਤ ਨੂੰ, जितनी तरक्की मैं करा देती ना, सुपर पावर बना छड़ना। 70 वर्षों में देश ने क्या करने का। ਉਹ 70 ਵਰਿਆਂ ਦੇ ਵਿੱਚ ਇਹ ਗੱਲ ਗਿਣਨੀ ਭੁੱਲ ਜਾਂਦੇ ਵੀ ਸਾਡੀ ਸਰਕਾਰ ਕਿੰਨੀ ਵਾਰੀ ਆਈ ਆ। ਉਹ ਤਾਂ ਵਰੇ ਵਿੱਚੋਂ ਕੱਢ ਲਿਆ ਕਰੋ भी अटल बिहारी वाजपेयी दी भी सी, होर भी वख-वख सरकारां आईयां। 70 वर्षों में ऐसे हो गया, ऐसे करने का क्या बात, हमने तो ऐसा कर दिया। ये जो बहुत बुरे लोग हैं जो किसानों को भड़का रहे हैं, वो महाराज कदे गल सुनो भी, सिर्फ सुनाओ ही ना। नहीं चलो मान लिया, एक मिनट दे लई मान लिया भी किसानां नूं भड़काया गया लोकां दे वल्लों, ते इहदे च नुकसान भी किसानां दा होया ना, क्योंकि आमदन दुगणी नहीं होई। तां तुसीं गुस्से च आके पाड़ के खेती बिल सामने सिੱਟੋ भी ਅਸੀਂ ਨਹੀਂ ਇਹ ਕਾਨੂੰਨ ਲਾਗੂ ਕਰਦੇ, ਤੁਸੀਂ ਕਾਬਲ ਹੀ ਨਹੀਂ ਦੁੱਗਣੀ ਕਮਾਈ ਦੇ, ਅਸੀਂ ਤੁਹਾਨੂੰ ਜਿਹੜੇ ਪਹਿਲਾਂ ਪੈਸੇ ਤੁਸੀਂ ਲੈਂਦੇ ਸੀ ਉਹੀ ਦਿਆ ਕਰਾਂਗੇ, ਕੋਈ ਦੁੱਗਣੇ ਪੈਸੇ ਨਹੀਂ ਹੋਣੇ ਤੁਹਾਡੇ, ਤੁਸੀਂ ਨਹੀਂ ਲੈ ਸਕਦੇ ਹੈ ਨਾ। ਵੀ ਉਦੋਂ ਕਿਉਂ ਨਹੀਂ ਗੁੱਸਾ ਖਾਂਦੇ ਤੁਸੀਂ? ਹੋਰ ਹੀ ਗੱਲਾਂ ਕਰੀ ਜਾਂਦੇ ਹੋ ਇੱਧਰ ਉੱਧਰ, ਸਿਰਫ ਤੁਹਾਨੂੰ ਬਸ ਜਿਹੜੇ 10-12 ਬੰਦੇ ਹੋ ਤੁਸੀਂ, ਤੁਹਾਨੂੰ ਹੀ ਸਮਝ ਆ ਕਿ ਆ ਸਾਰਾ ਕੁਝ ਲਾਹੇਵੰਦ ਆ, ਬਾਕੀ ਲੱਖਾਂ ਦੀ ਗਿਣਤੀ 'ਚ ਜਿਹੜੇ ਲੋਕ ਉੱਥੇ ਬੈਠੇ ਨੇ ਉਹ ਸਾਰੇ ਨਾ ਸਮਝੇ ਨੇ ਤੁਹਾਡੀ ਨਜ਼ਰ ਦੇ ਵਿੱਚ। ਰਾਣਾ ਸਾਹਿਬ, ਬੀਬੀ ਦੇ ਪਿਛਲੇ ਵਿਵਾਦ ਹਲੇ ਸੁਲਝੇ ਨਹੀਂ ਸੀ, ਪਿਛਲਿਆਂ ਦੀ ਮਾਣਮੱਤੀ ਬੇਇੱਜ਼ਤੀ ਹਾਸਲ ਕਰਨ ਤੋਂ ਬਾਅਦ ਹੁਣ ਫਿਰ ਤੋਂ ਦੁਬਾਰਾ ਤੋਂ ਪਿੰਡ ਦੇ ਵਿੱਚ ਆਏ ਨੇ। ਮੈਨੂੰ ਨਾ ਇਉਂ ਲੱਗਦਾ ਵੀ ਕਈ ਲੋਕ ਧਰਤੀ ਦੇ ਉੱਤੇ ਤਾਂ ਸਿਰਫ ਬੇਇੱਜ਼ਤੀ ਕਰਾਉਣੀ ਆਏ ਹੁੰਦੇ ਆ। ਉਹਨਾਂ ਦੇ ਜੰਮਣ ਦੇ ਉੱਤੇ ਜਿੰਨੇ ਮਰਜ਼ੀ ਸ਼ਰੀਰ ਬੰਨੇ ਹੋਣ, ਉਹਨਾਂ ਦੇ ਜੰਮਣ ਦੇ ਉੱਤੇ ਜਿੰਨੇ ਮਰਜ਼ੀ ਲੱਡੂ ਭਾਜੀ ਵੰਡੀ ਹੋਵੇ, ਪਰ ਨਾ ਉਹਨਾਂ ਨੇ ਬੇਇੱਜ਼ਤੀ ਕਰਾਉਣ ਦਾ ਕੋਈ ਮੌਕਾ ਜਾਣ ਨਹੀਂ ਦੇਣਾ। ਇਹ ਨਾ ਇੱਜ਼ਤ ਤੇ ਬੇਇੱਜ਼ਤੀ ਦੇ ਵਿੱਚ ਅੰਤਰ ਨਹੀਂ ਸਮਝਦੇ। ਸਾਡਾ ਨਾ ਇੱਕ ਗਾਂਹ ਦੀ ਗਾਂਹ ਜਾਣਕਾਰ ਆ,
ਉਹ ਬੜਾ ਕਲਾਵਾਨ ਬੰਦਾ ਵੈਸੇ, ਪਰ ਨਾ ਉਹ ਜਦੋਂ ਮੁਫਤ ਦੀ ਦਾਰੂ ਮਿਲੇ ਤਾਂ ਡੁੱਲ ਜਾਂਦਾ। ਉਹਨੂੰ ਮੁਫਤ ਦੀ ਕਿਤੇ ਦਾਰੂ ਮਿਲੇ ਤੇ ਜਿੱਥੇ ਪਊਏ ਨਾਲ ਉਹ ਬੇਸੁੱਧ ਹੋ ਜਾਂਦਾ, ਉਹ ਧੱਕੇ ਦੇ ਨਾਲ ਕਾਲੀ ਦੇ ਵਿੱਚ ਬੋਤਲ ਪੀ ਜਾਂਦਾ ਵੀ ਚਲੋ ਕੋਈ ਨਹੀਂ। ਇੱਕ ਵਾਰ ਉਹ ਕਿਸੇ ਵਿਆਹ ਤੇ ਚਲਾ ਗਿਆ, ਉਹਨੇ ਜੀ ਬਸ ਗੜ ਕਰਕੇ ਪੀਤੇ, 4-5 ਗਲਾਸ ਖਿੱਚ ਲਏ, ਪੈਗ ਮਾਰੇ ਅੰਦਰ, ਤੇ ਬਾਅਦ ਦੇ ਵਿੱਚ ਉਹਨੇ ਡੋਂਗਾ ਜਿਹੜਾ ਮੀਟ ਵਾਲਾ ਚੱਕ ਲਿਆ, ਲੀੜਿਆਂ ਤੇ ਪਾਈ ਫਿਰਦਾ, ਵਿੱਚ ਹੱਡੀਆਂ ਖਿਲਾਰੀ ਫਿਰਦਾ, ਹੱਥਾਂ ਨੂੰ ਇੱਥੋਂ ਤੱਕ ਉਹਨਾਂ ਨੇ ਮੀਟ ਨਾਲ ਲਵੇੜਿਆ ਉਹਨੇ। ਤੇ ਨਾਲ ਦਾ ਇੱਕ ਸਾਥੀ ਉਹਦੇ ਕੰਨ 'ਚ ਕਹਿੰਦਾ ਬੇਇੱਜ਼ਤੀ ਹੋ ਰਹੀ ਆਪਣੀ, ਲੋਕ ਦੇਖ ਰਹੇ ਆ, ਸਾਰੇ ਲੀੜੇ ਖਰਾਬ ਕਰ ਲਏ ਆ, ਚਿੱਟਾ ਕੁੜਤਾ ਇੰਨਾ ਗੰਦਾ ਕਰ ਲਿਆ, ਬੇਇੱਜ਼ਤੀ ਦਾ ਖਿਆਲ ਰੱਖੀਦਾ ਹੁੰਦਾ, ਇੱਜ਼ਤ ਬਾਰੇ ਸੋਚੀਦਾ ਹੁੰਦਾ, ਬੇਇੱਜ਼ਤੀ ਨਹੀਂ ਹੋਣ ਦੇਣੀ। ਉਹਨੂੰ ਕੰਨ ਦੇ ਵਿੱਚ ਕਹਿੰਦਾ ਇਹ ਖਾਣ ਪੀਣ ਦਾ ਹੀ ਮੁੱਲ ਆ, ਇੱਜ਼ਤ ਦਾ ਕੀ ਆ, ਇਹ ਤਾਂ ਸ਼ੇਅਰ ਬਾਜ਼ਾਰ ਵਰਗੀ ਹੁੰਦੀ ਆ, ਵੱਧਦੀ ਘਟਦੀ ਰਹਿੰਦੀ ਹੈ। ਇਹ ਉਹੀ ਗੱਲ ਆ, ਕੰਗਣਾ ਰਣੌਤ ਦੇ ਨਾਲ ਬਿਲਕੁਲ ਇਹ ਗੱਲ ਜੁੜਦੀ ਹੈ। ਉਹ ਕਹਿੰਦੀ ਵੀ ਕੋਈ ਗੱਲ ਨਹੀਂ, ਟਵੀਟ ਕੀਤੇ ਦਾ ਹੀ ਮੁੱਲ ਹੁੰਦਾ, ਬੇਇੱਜ਼ਤੀ ਦਾ ਕੀ ਹੈ, ਤਾਂ ਵੱਧਦੀ ਘਟਦੀ ਰਹਿੰਦੀ ਹੈ। ਬਿਲਕੁਲ, ਉਹ ਕਹਿੰਦੀ ਵੀ ਜਿਨ੍ਹਾਂ ਤੋਂ ਸਾਨੂੰ ਸਿਕਿਉਰਟੀਆਂ ਮਿਲਣੀਆਂ ਨੇ, ਜਿਨ੍ਹਾਂ ਨੇ ਥਾਪੜਾ ਦਿੱਤਾ ਹੋਇਆ, ਉਹਨਾਂ ਦੇ ਬਾਰੇ ਗੱਲ ਕਰੋ, ਲੋਕਾਂ ਦਾ ਕੀ ਕਹਿੰਦੇ ਹੀ ਰਹਿੰਦੇ ਨੇ। ਹਾਂ, ਤੇ ਹੁਣ ਕੰਗਣਾ ਰਣੌਤ ਗਾਇਕ ਜਸਬੀਰ ਜੱਸੀ ਦੇ ਨਾਲ ਗੱਲ ਪੈ ਗਈ ਹੈ ਜੀ, ਕਿਉਂਕਿ ਜਸਬੀਰ ਜੱਸੀ ਜਿਹਨੇ ਗਾਣੇ ਗਾਏ ਆ, ਪੰਜਾਬ ਦਾ ਗਾਇਕ ਆ, ਉਹਨੇ ਟਵੀਟ ਕੀਤਾ ਵੀ ਕੰਗਣਾ ਜੀ ਤੁਹਾਨੂੰ ਬੋਲਣ ਤੋਂ ਪਹਿਲਾਂ ਤੋਲਣਾ ਚਾਹੀਦਾ, ਤੁਸੀਂ ਜੇਕਰ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਬੋਲ ਸਕਦੇ ਤਾਂ ਤੁਸੀਂ ਖਿਲਾਫ ਵੀ ਨਾ ਬੋਲੋ। ਅੰਨਦਾਤੇ ਦੀ ਗੱਲ ਤੁਸੀਂ ਕਿਹੜੀ ਗੱਲੋਂ ਨਹੀਂ ਕਰਦੇ, ਕਿਉਂ ਤੁਸੀਂ ਇਹੋ ਜਿਹੀਆਂ ਹੋਛੀਆਂ ਗੱਲਾਂ ਕਰਦੇ ਹੋ। ਤਾਂ ਅੱਗੋਂ ਉਹਨੇ ਮੋੜ ਕੇ ਟਵੀਟ ਕੀਤਾ ਜਸਬੀਰ ਜੱਸੀ ਨੂੰ, ਕਹਿੰਦੀ ਵੀ ਤੁਹਾਨੂੰ ਇੰਨਾ ਦੁੱਖ ਕਿਹੜੀ ਗੱਲੋਂ ਹੋ ਰਿਹਾ, ਮੈਂ ਸਹੀ ਤਾਂ ਗੱਲ ਕੀਤੀ ਆ, ਕਹਿੰਦੀ ਇਹ ਤਾਂ ਖੇਤੀ ਕਾਨੂੰਨ ਬੜੇ ਕ੍ਰਾਂਤੀਕਾਰੀ ਆ, ਇਹ ਤਾਂ ਕਿਸਾਨੀ ਦੇ ਹੱਕ ਦੇ ਵਿੱਚ ਆ, ਮੈਂ ਤਾਂ ਕਰਕੇ ਬੋਲਦੀ ਆ। ਉਹਦਾ ਉੱਤਰ ਜਸਬੀਰ ਜੱਸੀ ਨੇ ਫੇਰ ਦਿੱਤਾ, ਉਹ ਕਹਿੰਦੇ ਵੀ ਤੁਸੀਂ ਨਾ ਬੋਲੋ, ਤੁਹਾਡੇ ਵੱਲੋਂ ਦਿੱਤਾ ਜਾ ਰਿਹਾ ਕਿਸਾਨਾਂ ਨੂੰ ਫਾਇਦਾ ਬਿਲਕੁਲ ਨਹੀਂ ਮਾਫ ਕਿਸੇ ਨੂੰ, ਕੋਈ ਕਿਸਾਨ ਨਹੀਂ ਚਾਹੁੰਦਾ ਵੀ ਤੁਸੀਂ ਤੇ ਤੁਹਾਡੀਆਂ ਸਰਕਾਰਾਂ ਜਿਹੜੀਆਂ ਉਹ ਕਿਸਾਨਾਂ ਦਾ ਇਸ ਤਰੀਕੇ ਨਾਲ ਫਾਇਦਾ ਕਰੋ। ਵੀ ਬੀਬੀ ਫੇਰ ਨਹੀਂ ਮੰਨਦੀ, ਜਿਵੇਂ ਉਹ ਕੇਂਦਰ ਵਾਲੇ ਕਹਿੰਦੇ ਨਾ ਵੀ ਖੇਤੀ ਕਾਨੂੰਨ ਤਾਂ ਲਾਹੇਵੰਦ ਆ, ਇਹ ਕਹਿੰਦੀ ਜਿਹੜੀ ਮੈਂ ਗੱਲ ਕਰਦੀ ਹੁੰਨੀ ਹੈ ਕਿਹੜਾ ਗਲਤ ਹੁੰਦੀ ਹੈ। ਨਹੀਂ, ਇਹ ਬੀਬੀ ਦਾ ਤਾਂ ਨਾ ਉਹ ਹਾਲ ਹੈ ਟਾਣਾ ਸਾਹਿਬ, ਇਹ ਮੈਨੂੰ ਕਹਿਣਾ ਨਹੀਂ ਚਾਹੀਦਾ, ਪਰ ਇਹਦਾ ਉਹ ਹਾਲ ਹੈ ਜਿਹੜੀਆਂ ਬੀਬੀਆਂ ਕਹਿੰਦੀਆਂ ਹੁੰਦੀਆਂ ਨਾ, ਓ ਮਾਈ ਗॉड गेहूं कितने बड़े पेड़ पे लग गई, ਇਹ ਉਹ ਬੀਬੀਆਂ ਨੇ, ਇਹਨਾਂ ਨੂੰ ਇਹੀ ਨਹੀਂ ਪਤਾ ਵੀ ਕਣਕ ਲੱਗਦੀ ਕਿੱਥੇ ਹੈ, ਝੋਨਾ ਕਿਵੇਂ ਹੁੰਦਾ ਹੈ, ਕੱਦੂ ਕਿਵੇਂ ਮਾਰਿਆ ਜਾਂਦਾ ਹੈ, ਜਾਂ ਹੋਰ ਖੇਤਾਂ ਦੀਆਂ ਕੀ ਸਮੱਸਿਆਵਾਂ ਨੇ, ਕਿਸਾਨ ਵਿਚਾਰੇ ਕਿਹੜੀਆਂ ਸਮੱਸਿਆਵਾਂ ਨਾਲ ਜੂਝਦੇ ਨੇ, ਕਿਵੇਂ ਮੰਡੀ ਦੇ ਵਿੱਚ ਫਸਲ ਲਿਜਾਈ ਜਾਂਦੀ ਹੈ, ਕਿਵੇਂ ਉੱਥੇ ਸਾਰੀਆਂ ਉਹਨਾਂ ਨੂੰ ਅੱਗੇ ਦਿੱਕਤਾਂ ਆਉਂਦੀਆਂ ਨੇ। ਇਹਨਾਂ ਬੀਬੀਆਂ ਨੂੰ ਕੁਝ ਨਹੀਂ ਪਤਾ ਇਸ ਬਾਰੇ 'ਚ, ਪਰ ਹਾਂ ਇੰਨਾ ਜ਼ਰੂਰ ਉਹਨਾਂ ਨੂੰ ਇਹ ਪਤਾ ਹੈ ਕਿ ਜੇ ਮੋਦੀ ਜੀ ਦੇ ਪੱਖ ਦੀ ਗੱਲ ਅਸੀਂ ਕਰਾਂਗੇ ਤਾਂ ਸਿਕਿਉਰਿਟੀ ਵੀ ਮਿਲੂਗੀ, ਅਸੀਂ ਕੋਈ ਟਿਕਟ ਵੀ ਲੈ ਸਕਦੇ ਹਾਂ, ਕੋਈ ਉੱਚੀ ਪਦਵੀ ਵੀ ਮਿਲ ਸਕਦੀ ਹੈ, ਫਿਲਮਾਂ ਵੀ ਵਧੀਆ ਚੱਲਣਗੀਆਂ, ਰਿਲੀਜ਼ ਵੀ ਹੋਣ ਦਿੱਤੀਆਂ ਜਾਣਗੀਆਂ, ਆਪਣਾ ਕੰਮ ਸੂਤ ਆ, ਬਾਕੀ ਸਾਰਾ ਕੁਝ ਭਾਵੇਂ ਠੱਠੇ ਖੂਹ 'ਚ ਜਾਏ। ਕੰਗਣਾ ਨੂੰ ਇੱਕ ਬੇਨਤੀ ਆ ਵੀ ਚਲੋ ਬਾਕੀ ਤਾਂ ਲੋਕ ਤੁਹਾਡੇ ਖਿਲਾਫ ਖਾਰ ਰੱਖਦੇ ਹੋਣੇ ਆ, ਸ਼ਾਇਦ ਤੁਹਾਨੂੰ ਠੀਕ ਨਾ ਲੱਗਦਾ ਹੋਵੇ ਵੀ ਭਾਈ ਜਿਹੜੇ ਵੀ ਲੋਕ ਟਿੱਪਣੀਆਂ ਕਰਦੇ ਹੋ ਸਹੀ ਨਹੀਂ। ਬਹਾਦਰਗੜ੍ਹ ਜੰਡੀਆਂ ਪਿੰਡ ਹੈਗਾ ਬਠਿੰਡੇ ਦੇ ਵਿੱਚ, ਕਦੇ ਵੀ ਜਾ ਕੇ ਨਾ ਉਸ ਪਿੰਡ ਦੇ ਵਿੱਚ 20 ਮਿੰਟ ਮਾਤਾ ਮਹਿੰਦਰ ਕੌਰ ਦੇ ਕੋਲੇ ਬੈਠ ਕੇ ਆਇਓ, ਜਿਨ੍ਹਾਂ ਦੀ ਫੋਟੋ ਦੇ ਉੱਤੇ ਤੁਸੀਂ ਲਿਖਿਆ ਵੀ 100 ਰੁਪਏ 'ਚ ਵਿਕਦੀਆਂ, ਉਹ ਕਹਿੰਦੇ ਵੀ 15 ਮਿੰਟਾਂ ਦੇ ਵਿੱਚ ਬੇਬੇ ਕਹਿੰਦੀ ਸਾਰੇ ਕੁੰਡਲ ਜੇ ਕੱਢ ਦੇਣੇ ਇਹਦੇ। ਤੇ ਨਾਲ ਬੇਬੇ ਜੀ ਸਾਨੂੰ ਸੱਦ ਲੈਣ ਉੱਤੇ, ਫੇਰ ਗੱਲਾਂ ਕਰਾਂਗੇ ਬਹਿ ਕੇ। ਬਿਲਕੁਲ ਗੱਲ ਸਹੀ ਹੈ ਜੀ, ਕਿ ਐਵੇਂ ਹੀ ਬੋਲੀ ਜਾਣਾ, ਫਾਫਾ ਮਾਰੀ ਜਾਣੀਆਂ। ਆ ਮੈਂ ਦੇਖੀ ਇੱਕ ਫੈਸ਼ਨ ਫਿਲਮ 'ਚ ਸੀ ਨਾ ਇਹ ਬੀਬੀ, ਉਹਦੇ ਵਿੱਚ ਐਡੀ ਬੀੜੀ ਪੀਂਦੀ, ਐਡੀ ਐ ਕਰਕੇ, ਕਹਿੰਦੇ ਵੀ ਇਹ ਝਾਂਸੀ ਦੀ ਰਾਣੀ ਬਣੀ ਵੀ ਹੈ ਬੀੜੀ ਪੀ ਕੇ। ਤੇ ਆ ਜਿਹੜੀਆਂ ਮਤਾਵਾਂ, ਇਹਨਾਂ ਨੂੰ ਨਕਸਲਵਾਦੀ ਕਹਿੰਦੇ ਆ, ਇਹਨਾਂ ਨੂੰ ਖਾਲਿਸਤਾਨੀ ਕਹਿੰਦੇ ਆ ਜੀ। ਬਿਲਕੁਲ, ਇਹਨਾਂ ਨੂੰ ਫਰਕ ਹੀ ਨਹੀਂ ਪਤਾ ਟਾਣਾ ਸਾਹਿਬ, ਇਹਨਾਂ ਦੀਆਂ ਪਰਿਭਾਸ਼ਾਵਾਂ ਹੋਰ ਨੇ। ਜੱਜ ਦਾ ਵਿਚਾਰ। ਟਾਣਾ ਸਾਹਿਬ, ਲੋਕਾਂ ਤੋਂ ਗੱਲਾਂ ਸੁਣਨ ਤੋਂ ਬਾਅਦ, ਉਹਦੀ ਅਪਾਰ ਸਫਲਤਾ ਤੋਂ ਬਾਅਦ, ਹੁਣੇ ਭਾਈ ਸਾਹਿਬ ਵੀ ਵੀਡੀਓ ਦੇ ਵਿੱਚ ਅੱਗੇ ਆਏ ਨੇ। ਹਾਂ, ਬਿਲਕੁਲ ਸਹੀ ਗੱਲ ਆ, ਜਿਨ੍ਹਾਂ ਦੀ ਗੱਲ ਆਪਾਂ ਵੀ ਕੱਲ ਕੀਤੀ ਸੀ। ਬਿਲਕੁਲ ਸਹੀ ਗੱਲ ਆ, ਗੱਲਾਂ ਸੁਣ ਕੇ, ਲੋਕਾਂ ਦੇ ਕੋਲੋਂ ਕਈ ਤਰ੍ਹਾਂ ਦੇ ਵਿਚਾਰ ਸੁਣ ਕੇ, ਕਈ ਤਰ੍ਹਾਂ ਦੀਆਂ ਗਾਲਾਂ ਖਾ ਕੇ, ਤੇ ਕਈ ਲੋਕ ਸਾਹਮਣੇ ਆ ਰਹੇ ਆ ਵੀ ਭਾਈ ਮੈਂ ਵੀ ਕਿਸਾਨਾਂ ਦੇ ਨਾਲ ਆ, ਮੈਂ ਕਦੋਂ ਪਿੱਛੇ ਆ, ਉਹ ਤਾਂ ਮੈਂ ਠੀਕ ਨਹੀਂ ਸੀ। ਕੋਈ ਕਹਿੰਦਾ ਮੈਨੂੰ ਕਰੋਨਾ ਹੋਇਆ, ਕੋਈ ਕਹਿੰਦਾ ਮੇਰੇ ਮੋਢੇ ਚੋਂ ਪੀੜੀ ਬੜੀ ਨਿਕਲੀ ਜਾਂਦੀ ਆ, ਕੋਈ ਕਹਿੰਦਾ ਮੇਰਾ ਚਿੱਤ ਜਾ ਨਹੀਂ ਕਰਦਾ ਸੀ, ਮੇਰੀ ਛਾਤੀ ਜਾਮ ਸੀਗੀ, ਕਈਆਂ ਦਾ ਮੋਢਾ ਲੱਥ ਵੀ ਜਾਂਦਾ ਹੁੰਦਾ। ਬਿਲਕੁਲ, ਕਈਆਂ ਨੂੰ ਕਈ ਕੁਝ ਹੋ ਜਾਂਦਾ। ਪਰ ਹੁਣ ਗੁਰਦਾਸ ਮਾਨ ਹੋਰੀ ਵੀ ਸਾਹਮਣੇ ਆਏ ਆ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਆ। ਉਹ ਕਹਿੰਦੇ ਵੀ ਮੈਂ ਕਿਸਾਨਾਂ ਦੇ ਨਾਲ ਆ, ਮੇਰੀ ਤੁਸੀਂ ਨੀਤ ਦੇ ਉੱਤੇ, ਮੇਰੀ ਤੁਸੀਂ ਤਰਬੀਅਤ ਦੇ ਉੱਤੇ ਬੇਸ਼ੱਕ ਸ਼ੱਕ ਕਰੀ ਚੱਲੋ, ਪਰ ਮੇਰੇ ਕੋਲੋਂ ਕਿਸਾਨ ਹੋਣ ਦਾ ਤੇ ਪੰਜਾਬੀ ਹੋਣ ਦਾ ਮਾਣ ਨਾ ਖੋਵੋ। ਉਹ ਕਹਿੰਦੇ ਵੀ ਮੈਂ ਸਾਰੀ ਉਮਰ ਦੇ ਵਿੱਚ ਖੱਟਿਆ ਕੀ ਆ, ਇਹੀ ਕੁਝ ਖੱਟਿਆ, ਇਹੀ ਮਾਣ ਖੱਟਿਆ, ਮਰ ਜਾਣੇ ਮਾਣ ਨੇ ਇਹੀ ਮਾਣ ਖੱਟਿਆ। ਨਹੀਂ, ਇੱਕ ਮਿੰਟ, ਤੇ ਇਹ ਸਾਰਾ ਕੁਝ ਖੋਇਆ ਕਦੋਂ ਹੈ ਲੋਕਾਂ ਨੇ? ਉਹ ਤਾਂ ਆਪ ਇਹ ਸਵਾਲ ਕਰ ਰਹੇ ਨੇ ਵੀ ਤੁਸੀਂ ਆਹੀ ਕੁਝ ਖੱਟਿਆ ਹੈ, ਤੇ ਘੱਟੋ ਘੱਟ ਇਹਦਾ ਹੀ ਮਾਣ ਰੱਖ ਕੇ ਤੇ ਕੁਛ ਤਾਂ ਬੋਲੋ, ਕੁਛ ਤਾਂ ਕਰੋ, ਕੁਛ ਤਾਂ ਕਹੋ। ਲੋਕ ਤਾਂ ਅੱਗੇ ਕਹਿੰਦੇ ਨੇ ਵੀ ਅਸੀਂ ਤੁਹਾਡੇ ਤੋਂ ਸਾਰਾ ਕੁਝ ਖੋ ਨਹੀਂ ਸਕਦੇ, ਨਾ ਖੋਣਾ ਚਾਹੁੰਦੇ ਆ, ਪਰ ਜੇ ਇਸ ਪੰਜਾਬ ਨੇ ਤੁਹਾਨੂੰ ਇੰਨਾ ਕੁਝ ਦਿੱਤਾ, ਪੰਜਾਬੀਆਂ ਨੇ ਇੰਨਾ ਮਾਣ ਬਖਸ਼ਿਆ, ਪੰਜਾਬੀ ਬੋਲੀ ਨੇ ਇੰਨਾ ਕੁਝ ਦਿੱਤਾ, ਘੱਟੋ ਘੱਟ ਉਹਦਾ ਹੀ ਕਦਰ ਕਰ ਲਓ, ਉਹਦੀ ਸਤਿਕਾਰ ਕਰ ਲਓ ਤੁਸੀਂ। ਗੁਰਦਾਸ ਮਾਨ ਨੇ ਇੱਕ ਪੁਰਾਣੀ ਗੱਲ ਵੀ ਚੇਤੇ ਕਰਵਾਈ ਆ, ਉਹ ਕਹਿੰਦੇ ਵੀ ਮੇਰੀ ਗਲਤੀ ਕੀ ਸੀ, ਕੁਛ ਵੀ ਨਹੀਂ,
ਮੈਂ ਇੱਕ ਪੱਤਰਕਾਰ ਨੂੰ ਇੰਟਰਵਿਊ ਦੇ ਰਿਹਾ ਸੀ, ਉਹਦੇ ਵਿੱਚ ਉਹਨੇ ਮੈਨੂੰ ਪੁੱਛਿਆ ਵੀ ਪੰਜਾਬ ਦੇ ਵਿੱਚ ਹਿੰਦੀ ਭਾਸ਼ਾ ਦੇ ਮੁਤਲਕ ਕਾਫੀ ਰਾਮ ਰੌਲਾ ਚੱਲ ਰਿਹਾ, ਤੇ ਮੈਂ ਉਹਨੂੰ ਕਹਤਾ ਵੀ ਪੂਰੇ ਦੇਸ਼ ਦੀ ਇੱਕ ਭਾਸ਼ਾ ਹੋਣੀ ਚਾਹੀਦੀ ਆ, ਤੇ ਉਹ ਭਾਸ਼ਾ ਜਿਹੜੀ ਰਾਸ਼ਟਰ ਭਾਸ਼ਾ ਹੋਵੇ ਤੇ ਉਹਦੇ ਵਿੱਚ ਹਰ ਕਿਸੇ ਨੂੰ ਗੱਲ ਕਰਨੀ, ਕਹਿਣੀ, ਸਮਝਾਉਣੀ, ਦੱਸਣੀ, ਪੁੱਛਣੀ ਸੌਖੀ ਰਵੇ। ਤੇ ਉਹ ਕਹਿੰਦੇ ਜੀ ਮੈਂ ਇਹਦੇ ਵਿੱਚ ਗਲਤ ਗੱਲ ਕੀ ਕੀਤੀ ਆ, ਪੰਜਾਬੀ ਦੇ ਜ਼ੁਬਾਨੇ ਨਹੀਂ ਰਕਾਨੇ ਮੇਰੇ ਦੇਸ਼ ਦੀ, ਮੈਂ ਇਹ ਗਾਣੇ ਤਾਂ ਹੀ ਗਾਉਂਦਾ ਰਿਹਾ, ਮੈਂ ਤਾਂ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਹਮੇਸ਼ਾ ਕਾਮਨਾ ਕੀਤੀ ਆ। ਲੋਕ ਐਵੇਂ ਮੇਰੇ ਮਗਰ ਪੈ ਗਏ ਆ, ਗਾਲਾਂ ਕੱਢ ਦਿੰਦੇ ਆ, ਪਰ ਮੈਂ ਕਿਸਾਨੀ ਜ਼ਿੰਦਾਬਾਦ ਦਾ ਹਮੇਸ਼ਾ ਨਾਰਾ ਲਾਉਂਦਾ ਰਿਹਾ ਇਹਨਾਂ ਦੇ। ਨਹੀਂ, ਹੁਣ ਤੁਸੀਂ ਕਹਿੰਦੇ ਹੋ ਵੀ ਪੰਜਾਬੀ ਜ਼ੁਬਾਨੇ ਨਹੀਂ ਰਕਾਨੇ ਮੇਰੇ ਦੇਸ਼ ਦੀ, ਮੈਂ ਇਦਾਂ ਦੇ ਗਾਣੇ ਗਾਉਂਦਾ ਰਿਹਾ, ਤੇ ਉਦੋਂ ਵੀ ਤਾਂ ਉਸ ਪੱਤਰਕਾਰ ਦੇ ਸਵਾਲ ਦਾ ਹੀ ਜਵਾਬ ਹੋ ਸਕਦਾ ਸੀ ਕਿ ਮੈਨੂੰ ਬਾਕੀ ਭਾਸ਼ਾਵਾਂ ਦੇ ਬਾਰੇ, ਚਲੋ ਮੈਂ ਹਰੇਕ ਦਾ ਸਤਿਕਾਰ ਕਰਦਾ, ਪਰ ਮੇਰੀ ਭਾਸ਼ਾ ਪੰਜਾਬੀ ਹੈ, ਤੁਸੀਂ ਮੈਨੂੰ ਪੰਜਾਬੀ ਬਾਰੇ ਸਵਾਲ ਕਰੋ। ਇੱਕ ਹੋਰ ਗੱਲ ਗੁਰਦਾਸ ਮਾਨ ਹੋਰਾਂ ਨੇ ਕਹੀ ਆ, ਉਹ ਕਹਿੰਦੇ ਵੀ ਮਾੜੇ ਚੰਗੇ ਦਿਨ ਸਭ ਦੇ ਉੱਤੇ ਆਉਂਦੇ, ਚਲੋ ਕੋਈ ਗੱਲ ਨਹੀਂ, ਇਹ ਸਮੇਂ ਦੀ ਗੱਲ ਆ, ਪਰ ਬੇਨਤੀ ਇਹ ਆ ਵੀ ਤੁਹਾਡੇ ਚੰਗੇ ਦਿਨ ਉਹਨਾਂ ਲੋਕਾਂ ਨੇ ਲਿਆਂਦੇ ਆ ਜਿਨ੍ਹਾਂ ਦੇ ਉੱਤੇ ਹਮੇਸ਼ਾ ਮਾੜੇ ਦਿਨ ਰਹੇ ਆ ਜੀ। ਉਹ ਕਿਸਾਨ ਜਿਹੜੇ ਕਿ ਧਰਨਿਆਂ ਦੇ ਉੱਤੇ ਬੈਠੇ ਆ, ਇਹ ਕਦੇ ਵੀ ਤੁਹਾਡੇ ਵਾਂਗੂ ਕਰੋੜਪਤੀ ਨਹੀਂ ਹੋਏ। ਨਾਲੇ ਟੈਣਾ ਸਾਹਿਬ, ਚਲੋ ਸਾਰੀਆਂ ਗੱਲਾਂ ਛੱਡੀਆਂ, ਜੋ ਪਿੱਛੇ ਬੀਤ ਗਿਆ ਸਾਰੇ ਦੇ ਉੱਪਰ ਕਾਟਾ ਫੇਰ ਦਿਓ, ਹੁਣ ਆਓ, ਹੁਣ ਕਿਹੜਾ ਦਿੱਲੀ ਤੋਂ ਉੱਠ ਗਏ ਨੇ ਕਿਸਾਨ, ਉੱਥੇ ਹੀ ਬੈਠੇ ਨੇ, ਹੁਣ ਚੱਕੋ ਗੱਡੀ ਤੇ ਪਹੁੰਚੋ ਉੱਥੇ, ਕੋਈ ਜੀ ਪਹਿਲਾਂ ਮੈਂ ਠੀਕ ਨਹੀਂ ਸੀ, ਅੱਜ ਮੈਂ ਠੀਕ ਹੋਇਆ, ਮੈਂ ਇੱਥੇ ਬੈਠਾ ਕਿਸਾਨਾਂ ਦੇ ਨਾਲ, ਸਾਰੀਆਂ ਪਿਛਲੀਆਂ ਗਲਤੀਆਂ ਮੇਰੀਆਂ ਤੁਸੀਂ ਮਾਫ ਕਰੋ, ਅੱਜ ਤੋਂ ਬਾਅਦ ਮੈਂ ਬਿਲਕੁਲ ਜੋ ਸੱਚ ਹੈ, ਜੋ ਸਹੀ ਹੈ, ਉਹਦੇ ਨਾਲ ਖੜੂੰਗਾ। ਹੁਣ ਕਿਹੜਾ ਦੇਰ ਹੋਈ ਹੈ, ਕਿਸਾਨਾਂ ਨੇ ਕਿਹੜਾ ਮੋੜਾ ਪਾ ਲਿਆ। ਨਾਲੇ ਉਹਨਾਂ ਨੇ ਇਸ ਵੀਡੀਓ ਦੇ ਵਿੱਚ ਨਾ ਜਿਹੜੀ ਕਿ ਜਨਤਕ ਕੀਤੀ ਆ ਬਣਾ ਕੇ, ਉਹਨਾਂ ਨੇ ਬਿਲਕੁਲ ਨਹੀਂ ਜ਼ਿਕਰ ਕੀਤਾ ਵੀ ਇੱਕ ਕੈਨੇਡਾ ਦੇ ਵਿੱਚ ਹੀ ਮੈਂ ਪ੍ਰੋਗਰਾਮ ਕਰਦਾ ਸੀਗਾ, ਉੱਥੇ ਮੈਂ 32-33 ਵਾਲੀ ਗੱਲ ਕਰਕੇ ਆਇਆ, ਜਿਹਦੇ ਕਰਕੇ ਲੋਕਾਂ ਨੇ ਮੈਨੂੰ ਬਹੁਤ ਸਾਰੀਆਂ ਗਾਲਾਂ ਕੱਢੀਆਂ, ਤੇ ਲੋਕਾਂ ਨੇ ਜਦੋਂ ਧਰਨਾ ਜਾਂ ਦੇਣਾ ਸ਼ੁਰੂ ਕੀਤਾ, ਲੋਕਾਂ ਨੇ ਮੁਜ਼ਾਹਰਾ ਕੀਤਾ ਵੀ ਭਾਈ ਉਹ ਲਿਖਿਆ ਸੀ ਵੀ ਗੁਰਦਾਸ ਮਾਨ ਗੋ ਬੈਕ, ਤੇ ਉਦੋਂ ਮੈਂ 32 ਵਾਲੀ ਗੱਲ ਕਰਤੀ ਸੀ, ਇਹਦਾ ਜ਼ਿਕਰ ਹੀ ਨਹੀਂ ਕੀਤਾ ਉਹਨਾਂ ਨੇ। ਭੁੱਲ ਗਏ ਹੋਣਗੇ, ਠੀਕ ਨਹੀਂ ਸੀ ਨਾ ਪਿੱਛੇ ਜੇ ਉਹਨਾਂ ਨੇ ਕਿਹਾ ਮੇਰੀ ਤਬੀਅਤ ਨਹੀਂ ਸੀ ਠੀਕ, ਫਿਰ ਕਈ ਵਾਰ ਬੰਦਾ ਗੱਲਾਂ ਭੁੱਲਣ ਲੱਗ ਜਾਂਦਾ। ਇਸ ਕਰਕੇ ਗੱਲ ਇਹ ਆ ਵੀ ਕਿਸੇ ਦੇ ਨਾਲ ਵੀ ਕਿਸੇ ਦਾ ਕੋਈ ਵੈਰ ਵਿਰੋਧ ਨਹੀਂ, ਸਾਡਾ ਵੀ ਨਹੀਂ, ਕਿਸੇ ਹੋਰ ਦਾ ਵੀ ਨਹੀਂ। ਲੋਕ ਤਾਂ ਇਸ ਵਕਤ ਤੁਹਾਨੂੰ ਪਰਖ ਦੇ ਉੱਤੇ, ਕਸਵੱਟੀ ਦੇ ਉੱਤੇ ਖਰਾ ਉਤਰਿਆ ਦੇਖਣਾ ਚਾਹੁੰਦੇ ਆ, ਉਹ ਸਭਨਾਂ ਨੂੰ ਦੇਖਣਾ ਚਾਹੁੰਦੇ ਆ, ਜਿਨ੍ਹਾਂ ਨੂੰ ਲੋਕਾਂ ਨੇ ਰੋਟੀ ਦਿੱਤੀ ਆ, ਜਿਨ੍ਹਾਂ ਨੂੰ ਲੋਕਾਂ ਨੇ ਇਹਨਾਂ ਨੇ ਮਸ਼ਹੂਰੀ ਬਖਸ਼ੀ ਆ, ਜਿਨ੍ਹਾਂ ਨੂੰ ਸਾਈਕਲਾਂ ਤੋਂ ਤੇ ਜਹਾਜ਼ਾਂ ਤੱਕ ਦਾ ਸਫ਼ਰ ਤੈਅ ਕਰਵਾਇਆ, ਜਿਨ੍ਹਾਂ ਨੂੰ ਸੜਕਾਂ ਤੋਂ ਚੱਕ ਕੇ ਤੇ ਮਹਿਲਾਂ ਦੇ ਵਿੱਚ ਬਿਠਾਇਆ, ਉਹ ਚਾਹੁੰਦੇ ਆ ਕਿ ਸਾਡੇ ਨਾਲ ਖੜੋ ਮਾੜਾ ਜਾ, ਉਹ ਚਾਹੁੰਦੇ ਆ ਕਿ ਸਾਡਾ ਮੁੱਲ ਤਾਂ ਮੋੜੋ, ਕਦੇ ਤਾਂ ਤੁਸੀਂ ਸਾਡੀ ਚੜ੍ਹਦੀ ਕਲਾ ਦੇ ਲਈ ਵੀ ਕੁਝ ਕਰੋ, ਕਿ ਆਪਾਂ ਜਾਣਾ 2 ਘੰਟੇ ਐਂ ਕਰਨਾ ਤੇ ਬਾਅਦ ਦੇ ਵਿੱਚ ਪੈਸੇ ਲੈ ਕੇ ਆ ਜਾਣਾ। ਨਹੀਂ, ਨਾਲੇ ਟੈਣਾ ਸਾਹਿਬ ਬਾਕੀ ਗੱਲਾਂ ਦੀਆਂ ਗੱਲਾਂ ਆਪਣਿਆਂ ਨਾਲ ਹੀ ਗਿਲਾ ਹੁੰਦਾ ਹੈ, ਕਦੇ ਕੋਈ ਕਿਸੇ ਗਵਾਂਢੀ ਨਾਲ ਕਿਸੇ ਹੋਰ ਨਾਲ ਨਹੀਂ ਗਿਲਾ ਕਰਦਾ, ਆਪਣਿਆਂ ਨਾਲ ਹੀ ਗਿਲੇ ਹੁੰਦੇ ਨੇ। ਤੇ ਇਹ ਪੰਜਾਬੀਆਂ ਨੂੰ ਜੇ ਤੁਸੀਂ ਆਪਣਾ ਕਹਿੰਦੇ ਹੋ, ਤੁਸੀਂ ਕਹਿੰਦੇ ਹੋ ਮੇਰੇ ਭੈਣ ਭਰਾ ਨੇ ਸਾਰੇ, ਤੇ ਫਿਰ ਉਹਨਾਂ ਨੇ ਵੀ ਤਾਂ ਤੁਹਾਡੇ ਨਾਲ ਹੀ ਗਿਲਾ ਕਰਨਾ, ਕਿਸੇ ਹੋਰ ਨਾਲ ਤਾਂ ਨਹੀਂ। ਹਰਮਨ ਜੀ ਕਮਾਲ ਹੋ ਗਈ ਆ, ਵੱਡੇ ਬਾਦਲ ਸਾਹਿਬ ਨੇ ਆਪਣਾ ਪਦਮ ਵਿਭੂਸ਼ਣ ਪੁਰਸਕਾਰ ਵਾਪਸ ਕਰਤਾ ਜੀ। ਉਹਨਾਂ ਨੂੰ ਇਹ ਪੁਰਸਕਾਰ ਮਿਲਿਆ ਸੀਗਾ ਉਦੋਂ ਹੀ ਜਦੋਂ ਐਨਡੀਏ ਦੀ ਸਰਕਾਰ ਸੀ, ਤੇ ਉਹਨਾਂ ਨੇ ਵਾਪਸ ਕਰਤਾ ਵੀ ਕਹਿੰਦੇ ਖੇਤੀ ਕਾਨੂੰਨਾਂ ਦੇ ਖਿਲਾਫ ਮੈਂ ਆਪਣਾ ਪੁਰਸਕਾਰ ਵਾਪਸ ਕਰਤਾ। ਕਹਿੰਦੇ ਵੀ ਮਨ ਦੇ ਵਿੱਚ ਰੋਸ ਬਹੁਤ ਆ, ਉਹ ਕਹਿੰਦੇ ਜੀ ਵੀ ਇਦਾਂ ਨਹੀਂ, ਮਨ ਦੇ ਉੱਤੇ ਸੱਟ ਬਹੁਤ ਵੱਜੀ ਆ, ਇਸ ਕਰਕੇ ਇਸ ਪੁਰਸਕਾਰ ਦੀ ਮੈਨੂੰ ਹੁਣ ਲੋੜ ਨਹੀਂ, ਕਿਉਂਕਿ ਜੇਕਰ ਮੇਰੇ ਸੂਬੇ ਦੇ ਕਿਸਾਨ ਆ ਜਿਹੜੇ ਉਹ ਇਸ ਵਕਤ ਔਖੀ ਸਥਿਤੀ ਦੇ ਵਿੱਚ ਆ, ਤੇ ਮੈਨੂੰ ਇਹ ਪੁਰਸਕਾਰ ਸੌਂਦੇ ਨਹੀਂਗੇ। ਦੇਖੋ ਟਾਣਾ ਸਾਹਿਬ, ਗੱਲ ਇਹ ਹੈ ਕਿ ਕੋਈ ਵੀ ਕਿਸੇ ਬਾਰੇ ਵੀ ਕੁਝ ਵੀ ਸੋਚਦਾ ਹੋਵੇ, ਹਰ ਇਨਸਾਨ ਦੀ ਆਪੋ ਆਪਣੀ ਇੱਕ ਕਹਿ ਲੋ ਸੋਚ ਹੁੰਦੀ ਹੈ ਹਨਾ, ਕੋਈ ਕਿਸੇ ਦਾ ਫਾਲੋਅਰ ਆ, ਕਿਸੇ ਦੇ ਪਿੱਛੇ ਲੱਗਦਾ, ਕੋਈ ਕਿਸੇ ਦੇ ਹਨਾ, ਪਰ ਗੱਲ ਇਹ ਹੈ ਕਿ ਮੌਕੇ ਦੇ ਹਿਸਾਬ ਨਾਲ ਜਿਹੜਾ ਬੰਦਾ ਸਹੀ ਗੱਲ ਕਰ ਜਾਵੇ ਨਾ, ਉਹਦੀ ਜ਼ਰੂਰ ਸਿਫਤ ਹੋਣੀ ਚਾਹੀਦੀ ਹੈ। ਔਰ ਬਾਦਲ ਸਾਹਿਬ ਨੇ ਇਹ ਜਿਹੜਾ ਮੌਕਾ ਸੀਗਾ, ਇਹਦੇ ਉੱਪਰ ਜੋ ਇਹ ਕੰਮ ਕੀਤਾ ਹੈ, ਇਹਦੇ ਲਈ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਥਾਂ ਬਣਾ ਲਈ ਹੋਏਗੀ। ਬਿਲਕੁਲ ਸਹੀ ਗੱਲ ਹੈ। ਤੇ ਜਿਹੜੇ ਪੰਜਾਬ ਦੇ ਖਿਡਾਰੀ ਆ, ਜਿਨ੍ਹਾਂ ਨੂੰ ਭਾਵੇਂ ਪਦਮ ਸ਼੍ਰੀ ਮਿਲਿਆ, ਭਾਵੇਂ ਅਰਜਨ ਅਵਾਰਡ ਮਿਲਿਆ, ਭਾਵੇਂ ਧਿਆਨ ਚੰਦ ਪੁਰਸਕਾਰ ਮਿਲਿਆ, ਉਹਨਾਂ ਨੇ ਇਕੱਠੇ ਹੋ ਕੇ 5 ਤਰੀਕ ਨੂੰ ਜਾਣਾ ਜੀ। 5 ਤਰੀਕ ਨੂੰ ਉਹ ਦਿੱਲੀ ਦੇ ਵੱਲ ਜਾਣਗੇ, ਤੇ ਉਹਨਾਂ ਦੇ ਵੱਲੋਂ ਵੀ ਸਮੂਹਿਕ ਤੌਰ ਦੇ ਉੱਤੇ ਆਪਣੇ ਪੁਰਸਕਾਰ, ਆਪਣੇ ਸਨਮਾਨ, ਆਪਣੇ ਅਵਾਰਡ ਵਾਪਸ ਕੀਤੇ ਜਾਣੇ ਆ। ਉਹਨਾਂ ਦੀ ਕੋਸ਼ਿਸ਼ ਤਾਂ ਹੋਊਗੀ ਵੀ ਰਾਸ਼ਟਰਪਤੀ ਸਾਹਿਬ ਨੂੰ ਮਿਲਿਆ ਜਾਵੇ, ਪਰ ਜੇਕਰ ਨਾ ਵੀ ਮਿਲੇ ਤਾਂ ਉਹਨਾਂ ਨੇ ਪੁਰਸਕਾਰ ਵਾਪਸ ਕਰਨ ਜ਼ਰੂਰ ਜਾਣਾ। ਨਹੀਂ ਤੇ ਹੁਣ ਕਹਿ ਦੇਣ ਖਿਡਾਰੀਆਂ ਨੂੰ ਵੀ ਸਮਝ ਨਹੀਂ ਆਈ ਖੇਤੀ ਕਾਨੂੰਨ ਕੀ ਹੈ, ਬਿਲਕੁਲ ਸਹੀ ਗੱਲ, ਐਵੇਂ ਪੁਰਸਕਾਰ ਵਾਪਸ ਕਰੀ ਜਾਂਦੇ। ਕਹਿ ਦੇਣ ਵੱਡੇ ਬਾਦਲ ਸਾਹਿਬ ਵੀ ਨਹੀਂ ਸਮਝ ਸਕੇ ਸਾਡੇ ਦਿਲ ਦੀ ਗੱਲ, ਇਹਨਾਂ ਨੇ ਵੀ ਐਵੇਂ ਹੀ ਆਪਣਾ ਪੁਰਸਕਾਰ ਵਾਪਸ ਕਰ ਦਿੱਤਾ, ਇਹਨਾਂ ਨੂੰ ਸਮਝਣੀ ਚਾਹੀਦੀ ਹੈ। ਹੁਣ ਕਿਉਂ ਨਹੀਂ ਬੋਲਦੇ? ਨਹੀਂ, ਉਹ ਤਾਂ ਵਾਰ-ਵਾਰ ਇੱਕੋ ਹੀ ਗੱਲ ਕਹਿੰਦੇ ਆ ਵੀ ਨਾ ਜਿਹੜੇ ਸਾਡੇ ਖਿਲਾਫ ਆ ਉਹ ਕਿਸਾਨਾਂ ਨੂੰ ਭੜਕਾ ਰਹੇ ਆ। ਅੱਛਾ ਜੀ। ਉਹ ਤਾਂ ਵਾਰ-ਵਾਰ ਇੱਕੋ ਹੀ ਗੱਲ ਕਹਿ ਰਹੇ ਆ ਵੀ ਰਾਜਨੀਤੀ ਕੀਤੀ ਜਾ ਰਹੀ ਆ। ਦੇਖੋ ਤੁਸੀਂ ਤਾਂ ਰਾਜਨੀਤੀ ਕਦੇ ਨਹੀਂ ਕੀਤੀ, ਤਾਂ ਸਾਨੂੰ ਪਤਾ, ਤੁਹਾਨੂੰ ਤਾਂ ਕਰਨੀ ਨਹੀਂ ਆਉਂਦੀ, ਸਾਨੂੰ ਇਹ ਵੀ ਪਤਾ ਨਾ, ਸਾਨੂੰ ਇਸ ਗੱਲ ਦਾ ਅਜੇ ਤੱਕ ਪਤਾ ਲੱਗਾ ਵੀ ਭਾਈ ਤੁਸੀਂ ਜਿੱਤਦੇ ਕਿਵੇਂ ਆ। ਇਹ ਕਿਹੜਾ ਤੁਸੀਂ ਰਾਜਨੀਤੀ ਕਰਦੇ ਆ, ਇਹ ਸਿਰਫ ਗਲਤੀਆਂ ਪੰਜਾਬ ਦੇ ਲੋਕ ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਹੀ ਕਰਦੀਆਂ, ਹੋਰ ਕਿਸੇ ਨੇ ਕਦੇ ਕੀਤੀ ਵੀ ਨਹੀਂ। ਹਾਂ, ਬਿਲਕੁਲ ਸਹੀ ਗੱਲ ਹੈ। ਨਾਲੇ ਦੇਖੋ ਗੱਲ ਇਹ ਟਾਣਾ ਸਾਹਿਬ ਵੀ ਮੌਕਾ ਤਾਂ ਇਹ ਹੈ ਵੀ ਉੱਥੇ ਬੈਠੇ ਨੇ ਸਾਰੇ ਹਨਾ ਸੜਕਾਂ ਦੇ ਉੱਪਰ, ਤੇ ਤੁਸੀਂ ਜਾਓ ਵਿਚਕਾਏ ਜਾ ਕੇ ਨਾ ਐ ਚੌਂਕੜੀ ਮਾਰ ਕੇ ਬਹਿ ਜਾਓ, ਕਹੋ ਵੀ ਮੈਂ ਸਮਝਾਉਣਾ ਖੇਤੀ ਕਾਨੂੰਨ ਕੀ ਆ।
ਐਵੇਂ ਰੌਲਾ ਨਾ ਪਾਈ ਜਾਇਆ ਕਰੋ। ਮੇਰੀ ਗੱਲ ਸੁਣੋ ਪਹਿਲਾਂ ਪੂਰੀ, ਇਹ ਤੁਹਾਡੇ ਫਾਇਦੇ ਲਈ ਹੈ, ਮੈਂ ਸਾਰੀ ਗੱਲ ਸਮਝਾਉਣਾ। ਕਰੋ ਹਿੰਮਤ, ਜਾਓ ਉੱਥੇ ਬੈਠ ਕੇ ਕਰੋ ਗੱਲ, ਸਾਰਾ ਮਸਲਾ ਹੱਲ ਹੋ ਜਾਏਗਾ। ਐਂ ਜੇ ਨਾ ਕਰੀ ਜਾਇਆ ਕਰੋ ਕਮੇਟੀ ਬਣਾਵਾਂਗੇ। ਕਮੇਟੀ ਦਾ ਮਤਲਬ ਕੰਮ ਮਿੱਟੀ। ਕੰਮ ਮਿੱਟੀ ਨੂੰ ਆਪਾਂ ਸ਼ੁੱਧ ਸ਼ਬਦਾਂ ਚ ਕਹਿੰਦੇ ਕਮੇਟੀ। ਕਮੇਟੀ ਦੇ ਉੱਤੇ ਫਿਰ ਬਣਾ ਦਿਓ ਕਮੇਟੀ, ਉਹਨਾਂ ਦੋਹਾਂ ਦੇ ਉੱਤੇ ਤੀਜੀ ਬਣਾ ਦਿਓ ਕਮੇਟੀ। ਬਸ ਇਹ ਕਮੇਟੀ ਖੇਡਣਾ ਨਾ ਜਿਹੜਾ, ਇਹ ਕਿਸਾਨਾਂ ਨੂੰ ਨਹੀਂ ਚੰਗਾ ਲੱਗਦਾ, ਇਹ ਕਿਸੇ ਨੂੰ ਵੀ ਨਹੀਂ ਚੰਗਾ ਲੱਗਦਾ। ਇਹ ਤਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣਾ ਹੋਵੇ, ਊਠ ਦੇ ਬੁੱਲ ਵਾਂਗੂ ਲਟਕਦੀ ਹੋਵੇ ਗੱਲ ਜਿਹੜੀ, ਉਹਨੂੰ ਅਸੀਂ ਕਮੇਟੀ ਦਾ ਦਰਜਾ ਦੇ ਦਿੰਦੇ ਆ। ਸੋ ਇਸ ਕਰਕੇ ਕਿਸਾਨ ਸਾਰਾ ਕੁਝ ਜਾਣਦੇ ਆ, ਉਹ ਸਾਰਾ ਕੁਝ ਪਰਖਦੇ ਆ, ਤੇ ਬਸ ਐਵੇਂ ਦੀਆਂ ਗੱਲਾਂ ਨਹੀਂ ਕਰੀਦੀਆਂ। ਹਾਂ, ਨਾਲੇ ਐਵੇਂ ਹੀ ਦੇਖੋ ਚਾਹ ਵੇਚਦੇ ਅੱਜ ਤੱਕ ਕਿਸੇ ਨੇ ਨਹੀਂ ਵੇਖਿਆ, ਗੱਲਾਂ ਜ਼ਰੂਰ ਹੋਈਆਂ ਨੇ ਚਾਹ ਵੇਚੀ ਤੇ ਉਹਦੇ ਬਾਰੇ ਤਾਂ ਵੀ ਕਹਿੰਦੇ ਨੇ ਵੀ ਇਹ ਸਾਰਾ ਕੁਝ ਸਹੀ ਹੈ, ਤੇ ਜੋ ਅਸਲ ਦੇ ਵਿੱਚ ਹੋ ਰਿਹਾ ਉਹਦੇ ਤੋਂ ਅੱਖਾਂ ਮਿੱਟੀ ਜਾਂਦੇ ਆ। ਉਹ ਕਹਿੰਦੇ ਇਹ ਹੋ ਹੀ ਨਹੀਂ ਰਿਹਾ। ਸੋ ਪਹਿਲਾਂ ਤਾਂ ਤੁਸੀਂ ਜਿਹੜੇ ਖੋਪੇ ਲਾਏ ਹੋਏ ਨੇ, ਜਿਹੜੀਆਂ ਐਨਕਾਂ ਦਾ ਨੰਬਰ ਆ ਉਹ ਚੈੱਕ ਕਰਾਓ। ਆਪਾਂ ਕੋਈ ਨਹੀਂ, ਕਿਸਾਨ ਵੀਰ ਉੱਥੇ ਬੈਠੇ ਨੇ ਜਿੱਥੇ ਉਹ ਬਦਾਮਾਂ ਦਾ ਲੰਗਰ ਲਾ ਸਕਦੇ, ਐਨਕਾਂ ਦਾ ਨਾ ਲਾਉਣਗੇ। ਇਹਨਾਂ ਨੂੰ ਅਸੀਂ ਐਨਕਾਂ ਵੀ ਮੁਹੱਈਆ ਕਰਵਾਵਾਂਗੇ, ਤੁਸੀਂ ਐਨਕਾਂ ਆਪਣੀਆਂ ਸਹੀ ਕਰਵਾਓ ਤੇ ਵੇਖੋ ਉਹਨਾਂ ਅੱਖਾਂ ਦੇ ਨਾਲ ਵੀ ਕੀ ਸਹੀ ਹੈ ਤੇ ਕੀ ਗਲਤ ਹੈ, ਫਿਰ ਸ਼ਾਇਦ ਮਸਲਾ ਹੱਲ ਹੋ ਜਾਊਗਾ। ਬਿਲਕੁਲ ਜੀ, ਤੇ ਮਸਲੇ ਹੱਲ ਉਦੋਂ ਹੁੰਦੇ ਆ ਜਦੋਂ ਨੀਅਤ ਤੇ ਨੀਤੀਆਂ ਦੋਨੋਂ ਚੀਜ਼ਾਂ ਸਹੀ ਹੋਣ। ਬਿਲਕੁਲ, ਨਜ਼ਰੀਆ ਤੇ ਨਜ਼ਰਾਂ ਦੋਨੋਂ ਸਹੀ ਹੋਣ। ਜੇਕਰ ਤੁਸੀਂ ਇਹੀ ਸੋਚੀ ਬੈਠੇ ਹੋ ਵੀ ਪੰਜਾਬ ਤੋਂ ਕੀ ਕਰਾਉਣਾ, ਪੰਜਾਬ ਦੀਆਂ 13 ਤਾਂ ਸੀਟਾਂ, ਆਪਾਂ ਨੂੰ ਤਾਂ 80 ਸੀਟਾਂ ਵਾਲਾ ਯੂਪੀ ਚਾਹੀਦਾ, ਇਹ 13 ਸੀਟਾਂ ਦੇ ਵਿੱਚੋਂ ਆਪਾਂ ਨੂੰ ਕੀ ਮਿਲਦਾ, ਜਿੱਤ ਗਏ ਨਾ ਜਿੱਤ ਗਏ ਕੀ ਫਰਕ ਪੈਂਦਾ, ਐਦਾਂ ਦੀ ਗੱਲ ਨਹੀਂ ਹੁੰਦੀਗੀ। ਬੂੰਦ ਬੂੰਦ ਦੇ ਨਾਲ ਸਾਗਰ ਭਰਦਾ। ਟਾਣਾ ਸਾਹਿਬ, ਮੈਂ ਨਾ ਸੋਸ਼ਲ ਮੀਡੀਆ ਦੇ ਉੱਪਰ ਕਿਸੇ ਨੇ ਵਿਚਾਰ ਲਿਖੇ ਹੋਏ ਸੀ, ਮੈਂ ਨਾਮ ਭੁੱਲ ਗਈ ਉਹਨਾਂ ਦਾ, ਪਰ ਉਹ ਵਿਚਾਰ ਬਹੁਤ ਸੋਹਣੇ ਸੀ। ਕਹਿੰਦੇ ਕਿ ਲੋਕੀ ਇਹ ਕਹਿੰਦੇ ਨੇ ਜਾਂ ਇਹ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਪੰਜਾਬੀਆਂ ਨੂੰ ਐਵੇਂ ਸਮੱਸਿਆ ਹੈ ਨਾ ਕਾਨੂੰਨਾਂ ਤੋਂ, ਐਡੀ ਕੋਈ ਗੱਲ ਹੈ ਤਾਂ ਨਹੀਂ ਵੀ ਬਾਕੀ ਭਾਰਤ ਤਾਂ ਨਹੀਂ, ਮਤਲਬ ਇੰਨੇ ਵੱਡੇ ਪੱਧਰ ਤੇ, ਜਿੰਨੇ ਵੱਡੇ ਪੱਧਰ ਤੇ ਪੰਜਾਬੀ ਖੜੇ ਨੇ ਉਹਨੇ ਵੱਡੇ ਪੱਧਰ ਤੇ ਬਾਕੀ ਸੂਬਿਆਂ ਤੋਂ ਲੋਕ ਤਾਂ ਨਹੀਂ ਖੜੇ, ਇਹਨਾਂ ਨੂੰ ਸਮੱਸਿਆ ਹੈ। ਤੇ ਕਹਿੰਦੇ ਵੀ ਉਹਨਾਂ ਲੋਕਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਜਦੋਂ ਸੁਤੰਤਰਤਾ ਲੈਣੀ ਸੀ, ਜਦੋਂ ਆਜ਼ਾਦੀ ਲੈਣੀ ਸੀ, ਉਸ ਵੇਲੇ ਵੀ ਸਭ ਤੋਂ ਵੱਧ ਪੰਜਾਬੀਆਂ ਨੇ ਉਹਦੇ ਵਿੱਚ ਹਿੱਸਾ ਪਾਇਆ ਸੀ। ਜਦੋਂ ਜੇਲ੍ਹਾਂ ਭਰੀਆਂ ਜਾਣੀਆਂ ਸੀ, ਸਭ ਤੋਂ ਵੱਧ ਪੰਜਾਬੀ ਸੀ ਉਹਦੇ ਵਿੱਚ। ਤੇ ਜੇ ਉਦੋਂ ਵੀ ਅੰਗਰੇਜ਼ ਇਹ ਸੋਚ ਲੈਂਦੇ ਵੀ ਬਾਕੀ ਮੁਲਕ ਤਾਂ ਜਿਹੜਾ ਉਹ ਗੁਲਾਮ ਬਣਨਾ ਚਾਹੁੰਦਾ, ਪੰਜਾਬੀਆਂ ਨੂੰ ਪਤਾ ਨਹੀਂ ਕੀ ਸਮੱਸਿਆ ਹੈ, ਤੇ ਫਿਰ ਅੱਜ ਤੱਕ ਵੀ ਗੁਲਾਮ ਹੀ ਹੋਣਾ ਸੀ। ਜੇ ਉਹ ਉਦੋਂ ਗੱਲ ਨੂੰ ਸਮਝ ਗਏ ਤਾਂ ਅੱਜ ਤੁਸੀਂ ਵੀ ਸਮਝੋ। ਤੇ ਜਿਹੜੇ ਹਾਲੇ ਵੀ ਜ਼ਿਹਨੀ ਤੌਰ ਦੇ ਉੱਤੇ, ਦਿਮਾਗੀ ਤੌਰ ਦੇ ਉੱਤੇ ਗੁਲਾਮ ਆ, ਉਹ ਕਹਿੰਦੇ ਆ ਵੀ ਭਾਈ ਕਿਸਾਨ ਗਲਤ ਆ ਤੇ ਕੇਂਦਰ ਦੀ ਸਰਕਾਰ ਦੇ ਫੈਸਲੇ ਸਾਰੇ ਸਹੀ ਆ। ਜਿਹੜੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਦੁੱਧ ਪੀਣਾ ਕਿ ਪਿਸ਼ਾਬ ਪੀਣਾ, ਉਹ ਕੁਝ ਵੀ ਕਹਿ ਰਹੇ ਆ ਜੀ, ਉਹਨਾਂ ਦੀ ਮਰਜ਼ੀ ਆ ਭਾਈ। ਅਸੀਂ ਨਹੀਂ ਕੁਝ ਕਹਿ ਦੇਗੇ ਵੀ ਤੁਸੀਂ ਕੀ ਕਹਿਣਾ ਚਾਹੀਦਾ ਤੁਹਾਨੂੰ, ਪਰ ਇਸ ਵੇਲੇ ਨਾ ਸਮੇਂ ਦੀ ਹਕੀਕਤ ਨੂੰ ਪਛਾਣੋ। ਬਿਲਕੁਲ, ਇਸ ਵੇਲੇ ਤੁਸੀਂ ਸੱਚ ਦਾ ਸਾਥ ਦਿਓ। ਇਸ ਵੇਲੇ ਤੁਸੀਂ ਆਪਣੀ ਪੱਤ ਬਚਾਉਣ ਦਾ ਫਿਕਰ ਕਰੋ, ਕਿਉਂਕਿ ਤੁਸੀਂ ਤਾਂ ਘਰੋਂ ਨਹੀਂ ਨਿਕਲ ਸਕਦੇ। ਕਿਸਾਨਾਂ ਨੇ ਘੇਰਾ ਇਹੋ ਜਿਹਾ ਪਾਇਆ, ਉੱਤੋਂ ਕਹਿੰਦੇ ਜੀ ਅਸੀਂ ਤਾਂ ਸਾਰੇ ਸੂਬੇ 'ਚ ਝੰਡੀ ਕੱਢਾਂਗੇ। ਉਹ ਝੰਡੀ ਤਾਂ ਪੱਟਣ ਨੂੰ ਫਿਰਦੇ ਜਿਹੜੀ ਮਾੜੀ ਮੋਟੀ ਹੈਗੀ ਆ। ਤੇ ਫੇਰ ਆ ਕੰਗਣਾ ਅਰਗੀਆਂ ਨਾ ਮੋਰੇ ਕਰੋ, ਆਪ ਮੋਰੇ ਆ ਕੇ ਗੱਲ ਕਰੋ ਮਰਦਾਂ ਵਾਂਗੂ ਵੀ ਅਸੀਂ ਆ ਖੜੇ ਆ ਤੁਹਾਡੇ ਨਾਲ ਗੱਲ ਕਰਦੇ ਆ। ਫਿਰ ਇਦਾਂ ਦੀਆਂ ਬੀਬੀਆਂ ਦਾ ਸਹਾਰਾ ਲੈਣਾ ਬੰਦ ਕੀਤਾ ਜਾਣਾ ਚਾਹੀਦਾ ਹੈ। ਜੱਜ ਦਾ ਵਿਚਾਰ। ਹਰਮਨ ਜੀ, ਕਿਸਾਨੀ ਅੰਦੋਲਨ ਦੇ ਨਾਂ ਦੇ ਉੱਤੇ ਠੱਗੀਆਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ। ਅੱਛਾ ਜੀ। ਮੇਰੇ ਨਾਲ ਦਰਸ਼ਕਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਗੱਲ ਨੂੰ ਸਾਂਝੀ ਵੀ ਕਰਿਓ, ਕਿਉਂਕਿ ਇਸ ਵਕਤ ਨਾ ਜਿੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਦਿੱਲੀ ਦੇ ਵਿੱਚ ਬਾਰਡਰ ਦੇ ਉੱਤੇ, ਉਹਦੇ ਵਿੱਚ ਗਲਤ ਅਨਸਰਾਂ ਨੂੰ ਵਾੜਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਇਸੇ ਕਰਕੇ ਕਿਸਾਨ ਜਥੇਬੰਦੀਆਂ ਨੇ ਨਾ ਇੱਕ ਵਲੰਟੀਅਰਾਂ ਦੀ ਟੀਮ ਤਿਆਰ ਕੀਤੀ ਆ। ਉਹ ਡਾਂਗਾ ਲੈ ਕੇ ਤੇ ਪੂਰੇ ਅੰਦੋਲਨ ਦੀ ਇਸ ਵਕਤ ਰਾਖੀ ਕਰ ਰਹੀ ਆ ਵੀ ਕੋਈ ਹੁੱਲੜਬਾਜ਼, ਕੋਈ ਗਲਤ ਬਿਆਨੀ ਕਰਨ ਵਾਲਾ, ਕੋਈ ਸ਼ਰਾਰਤੀ ਅਨਸਰ ਵਿੱਚ ਵੜ ਨਾ ਜਾਵੇ ਤੇ ਉਹਦੇ ਵੱਲੋਂ ਕੀਤੀ ਹੋਈ ਸ਼ਰਾਰਤ ਆ ਜਿਹੜੀ ਉਹ ਸਾਰੇ ਕਿਸਾਨੀ ਅੰਦੋਲਨ ਦੇ ਉੱਤੇ ਭਾਰੀ ਨਾ ਪੈ ਜਾਏ। ਹੁਣ ਇੱਕ ਜੁਆਇੰਟ ਕਮੇਟੀ ਬਣਾ ਲਈ ਗਈ ਆ, ਜਿਹੜੀਆਂ ਉੱਥੇ ਸਟੇਜਾਂ ਲੱਗੀਆਂ, ਜਿਹੜੇ ਮੰਚ ਲੱਗੇ ਆ, ਉੱਥੇ ਪਹਿਲਾਂ ਜਿਹੜਾ ਮਰਜ਼ੀ ਚੜ ਜਾਂਦਾ ਸੀ। ਹੁਣ ਪਹਿਲਾਂ ਉਸ ਜੁਆਇੰਟ ਕਮੇਟੀ ਦੇ ਮੈਂਬਰਾਂ ਨੂੰ ਮਿਲਣਾ ਪਊਗਾ। ਉਹ ਜੇਕਰ ਆਗਿਆ ਦੇਣਗੇ ਤੇ ਉਹ ਦੱਸਣਗੇ ਵੀ ਤੁਹਾਡਾ ਦਾਇਰਾ ਕਿੰਨਾ ਕਾ, ਤੁਸੀਂ ਕਿਹੜੇ ਵਿਸ਼ੇ ਦੇ ਉੱਤੇ ਬੋਲ ਸਕਦੇ। ਮੇਰੇ ਵਰਗਾ ਉੱਥੇ ਚੜਿਆ ਹੋਵੇ ਤੇ ਐਵੇਂ ਗਾਲਾਂ ਕੱਢਣ ਲੱਗ ਪਏ, ਐਵੇਂ ਉੱਥੇ ਗਾਣਾ ਸੁਣਾਉਣ ਲੱਗ ਜੇ, ਐਵੇਂ ਕੋਈ ਪੁੱਠੀ ਸਿੱਧੀ ਗੱਲ ਕਰੇ, ਏਦਾਂ ਦੀ ਗੱਲ ਬਰਦਾਸ਼ਤ ਨਹੀਂ ਹੋਣੀਗੀ। ਉਹਨਾਂ ਨੇ ਇਸ ਗੱਲ ਦੇ ਲਈ ਬਹੁਤ ਸਖਤੀ ਵਰਤਣੀ ਸ਼ੁਰੂ ਕੀਤੀ ਹੈ ਤੇ ਇਹ ਸਮੇਂ ਦੀ ਲੋੜ ਵੀ ਸੀਗੀ। ਬਿਲਕੁਲ ਸਹੀ ਹੈ, ਸਹੀ ਵੇਲੇ ਤੇ ਸਹੀ ਫੈਸਲਾ ਲਿਆ ਗਿਆ, ਕਿਉਂਕਿ ਆਪਾਂ ਜਾਣਦੇ ਹਾਂ ਕਿ ਸਰਕਾਰਾਂ ਵੱਲੋਂ ਕੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਸੋ ਇਸ ਸਭ ਕੁਝ ਦੀ ਬਹੁਤ ਜ਼ਿਆਦਾ ਲੋੜ ਸੀ। ਤੇ ਇੱਕ ਗੱਲ ਹੋਰ ਆ ਕਿ ਨਾ ਜਿਹੜੇ ਰਵੀ ਸਿੰਘ ਆ ਖਾਲਸਾ ਏਡ ਵਾਲੇ, ਉਹਨਾਂ ਨੇ ਬੇਨਤੀ ਕੀਤੀ ਹੈ ਸਮੁੱਚੇ ਲੋਕਾਂ ਨੂੰ, ਸਮੁੱਚੇ ਪੰਜਾਬੀਆਂ ਨੂੰ ਵੀ ਤੁਸੀਂ ਸਾਡੇ ਖਾਤਿਆਂ ਦੇ ਵਿੱਚ ਬਹੁਤ ਸਾਰੇ ਪੈਸੇ ਪਾਏ ਆ, ਅਸੀਂ ਮੰਗੇ ਨਹੀਂ ਸੀ, ਤੁਸੀਂ ਫੇਰ ਵੀ ਪਾਏ ਆ, ਅਸੀਂ 1-1 ਰੁਪਈਆ ਜਿਹੜਾ ਉਹ ਕਿਸਾਨੀ ਅੰਦੋਲਨ ਦੇ ਉੱਤੇ ਖਰਚਾਂਗੇ। ਉਹਨਾਂ ਨੇ ਕਿਹਾ ਸਾਡੀਆਂ ਟੀਮਾਂ ਲੱਗੀਆਂ ਹੋਈਆਂ, ਪਰ ਉਹਨਾਂ ਨੇ ਇੱਕ ਗੱਲ ਸਮਝਾਈ ਵੀ ਆ ਵੀ ਜਣੇ ਖਣੇ ਨੂੰ ਪੈਸੇ ਨਾ ਫੜਾ ਦਿਆ ਕਰੋ, ਕਿਸੇ ਨੂੰ ਪੈਸੇ ਦੇਣ ਤੋਂ ਪਹਿਲਾਂ ਉਹਦੀ ਪੜਤਾਲ ਕਰ ਲਿਆ ਕਰੋ। ਮੰਨ ਲਓ ਕਿਸੇ ਨੇ ਵੀਡੀਓ ਪਾਈ, ਐਵੇਂ ਚੱਕ ਕੇ ਆਪਾਂ 50,000 ਰੁਪਇਆ ਭੇਜ ਦਿੰਨੇ ਆ, ਜੋ ਗੱਲ ਪਹਿਲਾਂ ਸੋਚਣੀ ਹੁੰਦੀ ਆ ਉਹ ਭੇਜ ਕੇ ਸੋਚਦੇ ਆ, ਫਿਰ ਕਹਿ ਦਿੰਨੇ ਵੀ 50 ਦੇ ਵਿੱਚੋਂ ਪਤਾ ਨਹੀਂ ਅੱਗੇ 30 ਗਿਆ ਹੋਣਾ ਕਿ ਨਹੀਂ, ਅੱਗੇ 40 ਗਿਆ ਕਿ ਨਹੀਂ, ਇਹ ਨਾ ਹੋਵੇ ਅੱਗੇ 5 ਵੀ ਨਾ ਗਿਆ ਹੋਵੇ, ਸਾਰੇ ਪੈਸੇ ਖਾ ਗਿਆ ਹੋਵੇ। ਆਪਦੇ ਬਹੁਤ ਭਰੋਸੇਯੋਗ ਦੇ ਰਾਹੀਂ, ਜਿਹਦੇ ਉੱਤੇ ਤੁਸੀਂ ਅੰਨਾ ਵਿਸ਼ਵਾਸ ਕਰਦੇ ਆ, ਉਹਦੇ ਰਾਹੀਂ ਭੇਜੋ।
ਜੇ ਤੁਸੀਂ ਆਪ ਆਏ ਹੋ ਤਾਂ ਆਪਣੇ ਹੱਥੀ ਜਾ ਕੇ ਦਿਓ, ਆਪਦੀ ਭੈਣ ਦੇ ਰਾਹੀਂ, ਆਪਦੇ ਵੀਰ ਦੇ ਰਾਹੀਂ, ਆਪਣੇ ਪਰਮ ਪਿਆਰੇ ਸੱਜਣ ਦੇ ਰਾਹੀਂ ਭੇਜੋ। ਬਗਾਨੇ ਦੇ ਉੱਤੇ ਭੋਰਾ ਵੀ ਯਕੀਨ ਨਾ ਕਰੋ। ਅਗਲੀ ਗੱਲ ਇਹ ਆ ਵੀ ਜਿਹੜਾ ਸਾਨੂੰ ਪਹਿਲਾਂ ਸ਼ੱਕ ਕਰਨਾ ਚਾਹੀਦਾ ਉਹ ਅਸੀਂ ਅਖੀਰ 'ਚ ਕਰਦੇ ਆ। ਤੁਸੀਂ ਪਹਿਲਾਂ ਸ਼ੱਕ ਕਰੋ, ਬਾਅਦ ਦੇ ਵਿੱਚ ਨਾ ਕਰੋ। ਤੇ ਜੇਕਰ ਤੁਸੀਂ ਪਹਿਲਾਂ ਭੇਜਤੇ ਆ ਤੇ ਫਿਰ ਸ਼ੱਕ ਕਰੇ ਦਾ ਫਾਇਦਾ ਕੋਈ ਨਹੀਂ, ਫਿਰ ਤਾਂ ਕੰਮ ਹੋ ਗਿਆ। ਬਿਲਕੁਲ ਸਹੀ ਗੱਲ ਹੈ ਟਾਣਾ ਸਾਹਿਬ। ਤੇ ਜਿਹੜੀ ਤੁਸੀਂ ਠੱਗੀ ਦੀ ਗੱਲ ਕਰ ਰਹੇ ਸੀ, ਮੈਂ ਚਾਹੁੰਦੀ ਉਹਦਾ ਵੀ ਵਿਸਥਾਰ ਜ਼ਰੂਰ ਦੇ ਦਿਓ। ਠੱਗੀ ਨਾ ਦੇਖੋ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਇੱਕ ਨਕਲੀ ਮੈਂਬਰ ਬਣ ਕੇ ਕੋਈ ਤੇ ਵਿਧਾਇਕ ਰਵਿੰਦਰ ਆਮਲਾ ਦੇ ਨਾਲ ਠੱਗੀ ਮਾਰ ਗਿਆ। ਅੱਛਾ ਜੀ। ਗਲਤ ਪਰਚੀ ਕੱਟ ਗਿਆ ਉਹਦੀ। ਉਹਨਾਂ ਨੇ ਹੁਣ ਇਹ ਗੱਲ ਕਹੀ ਆ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਾਲਿਆਂ ਨੇ ਵੀ ਅਸੀਂ ਤਾਂ ਕਿਸੇ ਵੀ ਰਾਜਨੀਤਿਕ ਵਿਅਕਤੀ ਤੋਂ ਚੰਦਾ ਲੈਂਦੇ ਹੀ ਨਹੀਂ, ਅਸੀਂ ਤਾਂ ਪਰਚੀ ਉਹਨਾਂ ਦੀ ਕੱਟਦੇ ਹੀ ਨਹੀਂ। ਪਰ ਲੱਖ ਰੁਪਏ ਦੀ ਪਰਚੀ ਕੋ ਕੱਟ ਗਿਆ ਰਵਿੰਦਰ ਆਮਲਾ ਹੋਰਾਂ ਦੀ। ਜੇਕਰ ਇੱਕ ਵਿਧਾਇਕ ਦੇ ਨਾਲ ਇਸ ਕਿਸਾਨ ਅੰਦੋਲਨ ਦੇ ਨਾਂ ਦੇ ਉੱਤੇ ਠੱਗੀ ਵੱਜ ਸਕਦੀ ਆ ਤਾਂ ਇਹ ਦੇਖੋ ਵੀ ਕਿੰਨੇ ਲੋਕ ਆਲੇ ਦੁਆਲੇ ਇਸ ਅੰਦੋਲਨ ਦੇ ਨਾਂ ਦੇ ਉੱਤੇ ਪੈਸੇ ਇਕੱਠੇ ਕਰੀ ਜਾਂਦੇ ਹੋਣਗੇ। ਇਸ ਕਰਕੇ ਜੇ ਰੁਪਈਆ ਵੀ ਤੁਸੀਂ ਦੇਣਾ, ਪਹਿਲਾਂ ਚੰਗੀ ਤਰ੍ਹਾਂ ਪੜਤਾਲ ਕਰ ਲਓ। ਜੇ ਤੁਸੀਂ ਰੁਪਈਆ ਵੀ ਦੇਣਾ, ਤੁਸੀਂ ਪਹਿਲਾਂ ਇੰਨੀ ਕੁ ਪੁੱਛਗਿੱਛ ਕਰੋ, ਇੰਨੀ ਕੁ ਛਾਣਬੀਣ ਕਰੋ ਵੀ ਤੁਹਾਡਾ ਰੁਪਈਆ ਗਲਤ ਤਾਂ ਨਹੀਂ ਕਿਤੇ ਚਲਾ ਗਿਆ। ਤੁਹਾਡਾ ਰੁਪਈਆ ਹੀ ਪਹੁੰਚੂਗਾ ਨਾ, ਕਿਤੇ ਅੱਗੇ 90 ਪੈਸੇ ਤਾਂ ਨਹੀਂ ਪਹੁੰਚਦੇ। ਆਪਾਂ ਐਮਐਲਏ ਤੋਂ ਵੱਧ ਜਿਹੜਾ ਉਹ ਚੌਕਸ ਨਹੀਂ ਹੋ ਸਕਦੇ। ਜਿਹੜੇ ਸਾਡੇ ਚੁਣੇ ਨੁਮਾਇੰਦੇ ਆ ਉਹਨਾਂ ਨੂੰ ਵੀ ਠੱਗੀਆਂ ਦਾ ਜਦੋਂ ਸਾਹਮਣਾ ਕਰਨਾ ਪੈਂਦਾ ਤਾਂ ਮਤਲਬ ਇਹ ਆ ਕਿ ਬਹੁਤ ਕੁਝ ਇਸ ਵਕਤ ਹੋ ਰਿਹਾ। ਕਿਸਾਨ ਤਾਂ ਇਹ ਗੱਲ ਕਹਿੰਦੇ ਅਸੀਂ ਪੈਸੇ ਮੰਗੇ ਹੀ ਨਹੀਂ, ਪਰ ਪਤਾ ਲੱਗਦਾ ਜੀ ਕਿ ਉਹ ਇੰਨੇ ਪੈਸੇ ਲੈ ਗਿਆ, ਉਹ ਇੰਨੇ ਪੈਸੇ ਲੈ ਗਿਆ, ਉਹ ਇੰਨੇ ਪੈਸੇ ਲੈ ਗਿਆ। ਨਹੀਂ, ਇਹ ਖਬਰਾਂ ਬਹੁਤ ਪ੍ਰਮੁਖਤਾ ਨਾਲ ਅੱਗੇ ਆ ਰਹੀਆਂ ਨੇ ਟਾਣਾ ਸਾਹਿਬ ਵੀ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ, ਜੇਕਰ ਉਹਨਾਂ ਨੂੰ ਕੋਈ ਪੈਸਿਆਂ ਦੀ ਪੇਸ਼ਕਸ਼ ਵੀ ਕਰਦਾ ਤੇ ਉਹ ਮਨਾ ਕਰ ਦਿੰਦੇ ਆ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੇ ਪੈਸਿਆਂ ਦੀ ਲੋੜ ਨਹੀਂ ਹੈਗੀ, ਅਸੀਂ ਇੱਥੇ 3-3 4-4 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਬੈਠੇ ਆ ਤੇ ਸਾਨੂੰ ਪੈਸੇ ਨਾ ਭੇਜੇ ਜਾਣ, ਹਨਾ। ਸੋ ਲੋਕਾਂ ਨੂੰ ਥੋੜਾ ਜਿਹਾ ਆਪ ਚੌਕਸ ਹੋਣਾ ਪਊਗਾ ਕਿ ਅਸੀਂ ਨਾ ਠੱਗਾਂ ਤੋਂ ਬਚੀਏ। ਨਹੀਂ ਤਾਂ ਹਰ ਠੱਗ ਜਿਹੜਾ ਉਹ ਮੌਕਾ ਹੀ ਭਾਲਦਾ ਹੁੰਦਾ ਵੀ ਕਿਹੜੇ ਮੌਕੇ ਤੇ ਮੈਂ ਕੀ ਖੱਟ ਸਕਦਾ। ਮੈਨੂੰ ਨਾ ਕਈ ਸੱਜਣਾਂ ਦੇ ਫੋਨ ਆਏ ਆ, ਉਹ ਕਹਿੰਦੇ ਵੀ ਅਸੀਂ ਤੁਹਾਨੂੰ ਪੈਸੇ ਭੇਜ ਦਿੰਨੇ ਆ, ਤੁਸੀਂ ਜਾ ਕੇ ਦਿੱਲੀ ਦੇ ਆਓ। ਮੈਂ ਉਹਨਾਂ ਨੂੰ ਬੇਨਤੀ ਇਹ ਕਰਦਾ ਵੀ ਤੁਹਾਡੇ ਭਰੋਸੇ ਦਾ ਮੈਂ ਸਤਿਕਾਰ ਕਰਦਾ, ਪਰ ਮੈਂ ਵੇਲੇ ਸਿਰ ਜਾ ਨਾ ਸਕਾਂ, ਤੁਹਾਡੇ ਮਨ 'ਚ ਸ਼ੱਕ ਪੈਦਾ ਹੋਵੇ ਵੀ ਹਫਤਾ ਹੋ ਗਿਆ ਇਹਨੂੰ ਪੈਸੇ ਭੇਜਿਆ ਗਿਆ ਨਹੀਂ, ਕੱਲ ਨੂੰ ਤੁਹਾਨੂੰ ਕੋਈ ਕੰਨ ਦੇ ਵਿੱਚ ਫੂਕ ਮਾਰੇ ਵੀ ਪਤਾ ਨਹੀਂ ਪਹੁੰਚੇ ਕਿ ਨਹੀਂ, ਪੂਰੇ ਪਹੁੰਚੇ ਹੋਣਗੇ ਕਿ ਨਹੀਂ। ਪੈਸਿਆਂ ਨੂੰ ਹੱਥ ਲਾਉਣ ਤੋਂ ਵੈਸੇ ਬੜਾ ਡਰ ਲੱਗਦਾ, ਪਤਾ ਨਹੀਂ ਕਦੋਂ ਕਿਸੇ ਨੂੰ ਕੁਝ ਵੀ ਗੱਲ ਦਾ ਸਾਹਮਣਾ ਕਰਨਾ ਪੈ ਜੇ, ਕਦੋਂ ਬੰਦਾ ਸ਼ੱਕ ਦੇ ਕਟਹਿਰੇ 'ਚ ਖੜਾ ਹੋ ਜੇ। ਇਸ ਕਰਕੇ ਆਪਣੇ ਜਿਨ੍ਹਾਂ ਦੇ ਉੱਤੇ ਵੀ ਭਰੋਸਾ ਕਰਦੇ ਆ ਉਹਨਾਂ ਦੇ ਰਾਹੀਂ ਭੇਜੋ। ਬਿਲਕੁਲ ਸਹੀ। ਜੀ ਕਿਤੇ ਠੱਗੀਆਂ ਤੇ ਠੱਗੀਆਂ, ਬਿਲਕੁਲ ਇੰਨੀਆਂ ਵੱਡੀਆਂ ਠੱਗੀਆਂ ਵੀ ਜਿਹਦੇ ਉੱਤੇ ਵੀ ਮਾੜਾ ਜਿਹਾ ਭਰੋਸਾ ਕਰ ਲਿਆ ਉਹ ਤੁਹਾਡਾ ਕੰਗਾ ਕਰ ਗਿਆ ਬਸ। ਬਿਲਕੁਲ। ਅੱਗੇ ਨਾ ਟਾਣਾ ਸਾਹਿਬ ਹੈਰਾਨੀ ਹੁੰਦੀ ਸੀ ਜਦੋਂ ਕਿਸੇ ਨਾਲ ਠੱਗੀ ਵੱਜ ਜਾਂਦੀ ਸੀ। ਹੁਣ ਬੰਦਾ ਕਹਿੰਦਾ ਅੱਛਾ ਇਹਦੇ ਨਾਲ ਵੀ ਵੱਜ ਗਈ, ਚੱਲ ਕੋਈ ਨਹੀਂ, ਅੱਜ ਕੱਲ ਵੱਜਦੀਆਂ ਹੀ ਨੇ ਠੱਗੀਆਂ। ਫਾਜ਼ਿਲਕਾ ਦੇ ਵਿੱਚ ਇੱਕ ਪਿੰਡ ਹੈਗਾ ਚਿਮਨੇ ਵਾਲਾ, ਇੱਥੋਂ ਦਾ ਇੱਕ ਕਿਸਾਨ ਆ ਜਿਹੜਾ ਕਿ ਮੱਝਾਂ ਦਾ ਵਪਾਰ ਵੀ ਕਰਦਾ। ਉਹ ਮੱਝਾਂ ਖਰੀਦਦਾ, ਅੱਗੇ ਵੇਚਦਾ, ਇਹ ਉਹਦੀ ਰੋਜ਼ੀ ਰੋਟੀ ਦਾ ਹਿੱਸਾ ਹੈਗਾ। ਵਧੀਆ ਗੱਲ ਆ, ਸਭ ਨੂੰ ਕੰਮਕਾਜ ਕਰਨੇ ਚਾਹੀਦੇ ਆ, ਭਾਵੇਂ ਕੋਈ ਵੀ ਹੋਵੇ ਉਹਦੇ ਵਿੱਚ ਕਿਰਤ, ਤੁਹਾਡੀ ਮਿਹਨਤ ਜ਼ਰੂਰ ਝਲਕਣੀ ਚਾਹੀਦੀ ਆ। ਪਰ ਇਸ ਬੰਦੇ ਨਾਲ ਠੱਗੀ ਵੱਜ ਗਈ। ਕਿਵੇਂ? ਇਹ ਨਾ ਆਪਣੀ ਗੱਡੀ ਦੇ ਵਿੱਚ ਗਿਆ ਸੀ, ਕਿਸੇ ਨੇ ਮੱਝਾਂ ਵੇਚਣੀਆਂ ਤੇ ਮੱਝਾਂ ਵੇਖਣ ਗਿਆ ਸੀ ਵੀ ਮੱਝ ਕਿਹੋ ਜੀ ਆ, ਉਹਦਾ ਮੁੱਲ ਕਿੰਨਾ ਕੁ ਹੋਊਗਾ, ਗਾਂ ਆਪਾਂ ਕਿਹਨੂੰ ਵਿਕਵਾਉਣੀ ਆ, ਇਦਾਂ ਦੇਖਣ ਗਿਆ ਸੀ। ਦੋ ਬੀਬੀਆਂ ਆਈਆਂ, ਕਹਿਣਗਾ ਵੀ ਸਾਡਾ ਨਾਲ ਦਾ ਪਿੰਡ ਆ, ਤੁਸੀਂ ਉੱਥੇ ਆ ਜਾਓ ਤੇ ਸਾਡੇ ਵੀ ਇੱਕ ਮੱਝ ਆ ਤੇ ਅਸੀਂ ਵੀ ਮੱਝ ਵੇਚਣੀ ਆ। ਇਹ ਬੀਬੀਆਂ ਦੇ ਨਾਲ ਉਹਨਾਂ ਦੇ ਘਰੇ ਚਲਾ ਗਿਆ। ਉੱਥੇ ਇੱਕ ਬੀਬੀ ਹੋਰ ਸੀਗੀ, ਇਹ ਬੈਠ ਕੇ ਤੇ ਮੰਜੀ ਦੇ ਉੱਤੇ ਉਸ ਬੀਬੀ ਦੇ ਨਾਲ ਗੱਲਬਾਤ ਕਰਨ ਲੱਗ ਪਿਆ। ਇੰਨੇ ਚਿਰ ਨੂੰ ਘਰ ਦੇ ਵਿੱਚ ਇੱਕ ਬੰਦਾ ਵੜਿਆ, ਉਹ ਕਹਿੰਦਾ ਵੀ ਤੂੰ ਗਲਤ ਹਰਕਤਾਂ ਕਿਵੇਂ ਕਰਦਾ। ਕਹਿੰਦਾ ਮੈਂ ਤੇਰੀ ਵੀਡੀਓ ਬਣਾ ਲਈ ਆ, ਆ ਤੂੰ ਗੱਲਾਂ ਬਾਤਾਂ ਜਿਹੜੀਆਂ ਕਰ ਰਿਹਾ ਨਾ, ਬੀਬੀ ਨੂੰ ਗਲਤ ਕੁਝ ਕਹਿ ਰਿਹਾ ਤੇ ਅਸੀਂ ਤੇਰੇ ਤੇ ਪਰਚਾ ਦਰਜ ਕਰਵਾਵਾਂਗੇ। ਅੱਛਾ। ਹਾਂ। ਉਸ ਤੋਂ ਬਾਅਦ ਇਹਨਾਂ ਨੇ ਦਬਾਅ ਉਹਦੇ ਉੱਤੇ ਇੰਨਾ ਬਣਾਇਆ, ਕਹਿੰਦੇ ਵੀ ਜਾਂ ਤਾਂ 1.5 ਲੱਖ ਰੁਪਇਆ ਦੇ ਦੇ ਤੇ ਜਾਂ ਫਿਰ ਤੇਰੀ ਵੀਡੀਓ ਵਾਇਰਲ ਕਰਾਂਗੇ। ਹਾਲਾਂਕਿ ਬੈਠਾ ਮੰਜੇ ਦੇ ਉੱਤੇ ਹੀ ਆ, ਕੋਈ ਹਰਕਤ ਵੀ ਨਹੀਂ ਗਲਤ। ਤੇ ਹੁਣ ਇਹ ਬੰਦਾ ਪੁਲਿਸ ਦੇ ਕੋਲੇ ਗਿਆ ਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਇੱਕ ਗਰੋਹ ਫੜਿਆ। ਪੁਲਿਸ ਕਹਿੰਦੀ ਵੀ ਇਹ ਨਾ ਜਿਹੜੀਆਂ ਬੀਬੀਆਂ ਦਾ ਇੱਕ ਗਰੁੱਪ ਆ, ਉਹ ਕਿਸੇ ਵੀ ਬੰਦੇ ਨੂੰ ਏਦਾਂ ਫਸਾ ਲੈਂਦੀਆਂ, ਉਹਨੂੰ ਆਪ ਹੱਥ ਲਾ ਕੇ ਤੇ ਵੀਡੀਓ ਬਣਾ ਲੈਂਦੀਆਂ, ਆਪ ਹੀ ਉਹਦੇ ਨਾਲ ਗਲਤ ਹਰਕਤ ਕਰਕੇ ਤੇ ਉਹਦੇ 'ਚ ਕਿਹੜਾ ਆਵਾਜ਼ ਆਉਂਦੀ ਹੁੰਦੀ ਹੈ ਵੀ ਕਿਹਨੇ ਕਿਹੜੀ ਹਰਕਤ ਕੀਤੀ ਆ। ਸੋ ਇਹਨੂੰ ਆਧਾਰ ਬਣਾ ਕੇ ਤੇ ਉਹ ਉਹਦੇ ਕੋਲੋਂ ਪੈਸੇ ਠੱਗਦੀਆਂ। ਏਦਾਂ ਦਾ ਕੰਮ ਵੀ ਚੱਲਦਾ ਭਾਈ, ਕਿਸੇ ਦੇ ਨਾਲ ਤੁਰਨ ਤੋਂ ਪਹਿਲਾਂ 100 ਵਾਰੀ ਸੋਚੋ ਬਈ। ਬੱਚੋ ਅੱਜ ਕੱਲ ਤਾਂ ਜਿੰਨਾ ਬਚ ਸਕਦੇ ਹੋ ਬਚੋ। ਇਹ ਨਾ ਠੱਗ ਮਹਿਕਮੇ, ਆਪਾਂ ਤੁਹਾਨੂੰ ਯਾਦ ਹੈ ਇੱਕ ਦਿਨ ਪਹਿਲਾਂ ਵੀ ਖਬਰ ਸਾਂਝੀ ਕੀਤੀ ਸੀ ਵੀ ਬੀਬੀਆਂ ਗੱਡੀ ਦੇ ਵਿੱਚ ਬੈਠੀਆਂ ਸੀ, ਇੱਕ ਬਜ਼ੁਰਗ ਬੀਬੀ ਨੂੰ ਉਹਨਾਂ ਨੇ ਕਿਹਾ ਵੀ ਆਓ ਅਸੀਂ ਤੁਹਾਨੂੰ ਛੱਡ ਦਿੰਨੇ ਆ ਤੁਹਾਡੇ ਘਰ ਤਾਈਂ, ਤੇ ਉਹਨਾਂ ਦੇ ਗਹਿਣੇ ਲਾ ਲਏ ਸੀ ਤੇ ਬੀਬੀ ਨੇ ਚੱਲਦੀ ਗੱਡੀ 'ਚੋਂ ਛਾਲ ਮਾਰ ਦਿੱਤੀ ਸੀ ਉਹਨਾਂ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ। ਸੋ ਅੱਜ ਕੱਲ ਬੀਬੀਆਂ ਦੇ ਗਰੋਹ ਜਿਹੜੇ ਉਹ ਜ਼ਿਆਦਾ ਸਰਗਰਮ ਨੇ ਬੰਦਿਆਂ ਨਾਲੋਂ, ਕਿਉਂਕਿ ਅਸਲ ਦੇ ਵਿੱਚ ਕੀ ਹੈ ਟਾਣਾ ਸਾਹਿਬ, ਬਹੁਤੀ ਵਾਰ ਅਸੀਂ ਬੀਬੀ ਤੇ ਸ਼ੱਕ ਨਹੀਂ ਕਰਦੇ ਹਨਾ, ਪਰ ਅੱਜ ਦੇ ਸਮੇਂ 'ਚ ਕਿਸੇ ਉੱਪਰ ਵਿਸ਼ਵਾਸ ਕਰਨ ਦੀ ਲੋੜ ਨਹੀਂ। ਹਰੇਕ ਬੰਦੇ ਦੇ ਉੱਪਰ ਸ਼ੱਕ ਕਰਿਆ ਕਰੋ, ਕਿਉਂਕਿ ਤਾਂ ਹੀ ਬਚਾਅ ਹੋਏਗਾ। ਨਹੀਂ ਤਾਂ
ਇਦਾਂ ਦੀਆਂ ਖਬਰਾਂ ਤਾਂ ਹਰ ਰੋਜ਼ ਨਵੀਆਂ ਆਉਂਦੀਆਂ ਨੇ। ਬਿਲਕੁਲ ਸਹੀ ਗੱਲ ਆ। ਤੁਸੀਂ ਭਾਵੇਂ ਭੈਣ ਜੀ ਕਹਿ ਗੱਲ ਕਰਦੇ ਹੋ, ਕਿਸੇ ਨੂੰ ਕੀ ਪਤਾ ਵੀ ਭਾਈ ਕਿਵੇਂ ਗੱਲ ਕਰਦੇ ਹੋ, ਤੁਸੀਂ ਭਾਵੇਂ ਦੀਦੀ ਜੀ ਕਹਿੰਦੇ ਹੋਵੋ, ਦੂਰ ਖੜੇ ਬੰਦੇ ਨੇ ਤਾਂ ਜਿਹਨੇ ਵੀ ਤੁਹਾਨੂੰ ਆਪਣੇ ਤਰੀਕੇ ਨਾਲ ਵਰਤਣਾ ਉਹਨੇ ਵਰਤੀ ਜਾਣਾ। ਬਿਲਕੁਲ, ਨਾਲੇ ਜਿਹਨੇ ਪਹਿਲਾਂ ਹੀ ਇਹ ਸੋਚਿਆ ਹੋਇਆ ਵੀ ਮੈਂ ਇਸ ਬੰਦੇ ਨੂੰ ਫਸਾ ਕੇ ਤੇ ਤੋਂ ਪੈਸੇ ਠੱਗਣੇ ਨੇ, ਉਹ ਤਾਂ ਫਿਰ ਉਹੋ ਜਿਹੀ ਹਰਕਤ ਕਰੂਗਾ ਹੀ ਨਾ। ਸੋ ਇਸ ਲਈ ਪਹਿਲਾਂ ਹੀ ਸੋਚੋ ਵੀ ਕਦੇ ਵੀ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਅਸੀਂ ਵਿਚਾਰ ਕਰ ਲਈਏ ਵੀ ਇਹਦਾ ਨਤੀਜਾ ਕੀ ਨਿਕਲੂਗਾ, ਹਨਾ। ਸੋ ਬਾਕੀ ਫਿਲਹਾਲ ਹੁਣ ਆਪਾਂ ਚੱਲੀਏ ਟਾਣਾ ਸਾਹਿਬ। ਬਿਲਕੁਲ ਜੀ ਸਾਡੇ ਹੋ ਗਿਆ ਜੀ ਜਾਣ ਦਾ ਵੇਲਾ। ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੋਏਗੀ, ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਤਦ ਤੱਕ ਦੇ ਲਈ ਦੋ ਮਨ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।